ਸਾਹਿਬ ਜੀ। ਅਗਮ ਅਗੋਚਰਾ ਤੇਰਾ ਅੰਤ ਨ ਪਾਇਆ। ਅੰਤ ਨ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣਾ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਬੜੀ ਮਹਿਮਾ ਬਰਨ ਨ ਸਕੂੰ। ਠਾਕੁਰ ਊਚ ਭਗਵਾਨਾ। ਸੁਕਾ ਟਲ ਗੁਰ ਸੇਵੀਐ। ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਹਿਰੀ ਕਰਕੇ ਨੀਵ ਖੁਦਾਈ। ਉੱਪਰ ਮੰਡਪ ਛਾਏ। ਮਾਰ ਕੰਡੇ ਤੇ ਕੋ ਅਧਿਕਾਈ। ਜਿਨ ਤ੍ਰਿਣ ਤਰ ਮੂੰਡ ਬਲਾਏ। ਅਮਰੋ ਕਰਤਾ ਰਾਮ ਸੁਨੇਹੀ। ਕਾਹੇ ਰੇ ਨਰ ਗਰਭ ਕਰਤ ਹੋ। ਵਿੰਸ ਜਾਏ ਝੂਠੀ ਦੇਹੀ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਸੁਭਾਗੇ ਸਮੇਂ ਸਾਨੂੰ ਬਖਸ਼ਿਸ਼ ਕੀਤੇ ਨੇ। ਆਪ ਸੰਗਤਾਂ ਗੁਰੂ ਦਰਬਾਰ ਵਿੱਚ ਆ ਕੇ ਸੁਸ਼ੋਭਿਤ ਹੋਏ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਪੜ੍ਹ ਕੇ ਸਰਵਣ ਕਰਕੇ ਮਨੁੱਖਾ ਜਨਮ ਦਾ ਸਮੇਂ ਦਾ ਇਹ ਵੱਡਾ ਭਾਰੀ ਲਾਭ ਆਪ ਸੰਗਤਾਂ ਨੇ ਪ੍ਰਾਪਤ ਕੀਤਾ। ਇਸ ਵੇਲੇ ਆਪਾਂ ਸਤਿਗੁਰਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਹਿਰੀ ਕਰਕੇ ਨੀਵ ਖੁਦਾਈ। ਉੱਪਰ ਮੰਡਪ ਛਾਏ। ਭਗਤ ਨਾਮਦੇਵ ਜੀਆਂ ਦਾ ਇਹ ਜੋ ਸ਼ਬਦ ਹੈ ਆਪਾਂ ਸਰਵਣ ਕਰ ਰਹੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਲਿਖਦੇ ਨੇ ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਰਾਗ ਦਾ ਨਾਮ ਧਨਾਸਰੀ ਹੈ ਔਰ ਭਗਤਾਂ ਦੇ ਵਿੱਚੋਂ ਸ਼੍ਰੋਮਣੀ ਭਗਤ ਸ੍ਰੇਸ਼ਟ ਭਗਤ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ ਸਾਹਿਬ ਨਾਮਦੇਵ ਜੀਆਂ ਦਾ ਇਹ ਜੋ ਸ਼ਬਦ ਹੈ ਉਹ ਆਪਾਂ ਸਰਵਣ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀਆਂ ਦੇ 5 ਸ਼ਬਦ ਜਿਹੜੇ ਨੇ ਉਹ ਆਪਾਂ ਸਰਵਣ ਕੀਤੇ ਨੇ। ਤੋ ਉਹਨਾਂ ਦੀ ਸਮਾਪਤੀ ਹੋਈ ਹੈ, ਸੰਪੂਰਨਤਾ ਹੀ ਹੋਈ ਹੈ।
ਸੋ ਇੱਥੋਂ ਭਗਤ ਨਾਮਦੇਵ ਜੀਆਂ ਦੀ ਬਾਣੀ ਜਿਹੜੀ ਹੈ ਉਹ ਪ੍ਰਾਰੰਭ ਹੋ ਰਹੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਧਨਾਸਰੀ ਰਾਗ ਦਾ ਪਹਿਲਾ ਜੋ ਸ਼ਬਦ ਹੈ ਭਗਤ ਨਾਮਦੇਵ ਜੀ ਰਸਨਾ ਤੋਂ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੰਗਲਾਚਰਨ ਲਿਖਦੇ ਨੇ, ਇੱਕ ਓੰਕਾਰ ਪਰਮਾਤਮਾ ਇੱਕ ਹੈ। ਓੰਕਾਰ ਨਾਮ ਪਰਮਾਤਮਾ ਦਾ ਹੈ। ਟੀਕਾ ਲਾਇਆ ਮਹਾਰਾਜ ਨੇ ਅੱਗੇ, ਭਾਵ ਕਿ ਉਹ ਇੱਕ ਹੈ ਜਿਹਦਾ ਨਾਮ ਓੰਕਾਰ ਹੈ। ਸਤਿਗੁਰ ਪ੍ਰਸਾਦ ਐਸੇ ਪਰਮਾਤਮਾ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਗੁਰੂ ਬਖਸ਼ਿਸ਼ ਕਰ ਦੇਵੇ ਤਾਂ ਉਹ ਪਰਮਾਤਮਾ ਪ੍ਰਾਪਤ ਹੁੰਦਾ। ਭਗਤ ਨਾਮਦੇਵ ਜੀ ਇੱਕ ਸਮੇਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਿਤੇ ਯਾਤਰਾ ਚਲੇ ਗਏ। ਯਾਤਰਾ ਜਦੋਂ ਗਏ ਕਾਫੀ ਸਮਾਂ ਉਹਨਾਂ ਸਮਿਆਂ ਵਿੱਚ ਲੋਕ ਪੈਦਲ ਜਾਇਆ ਕਰਦੇ। ਜਿੱਥੇ ਭਗਤ ਨਾਮਦੇਵ ਜੀ ਨੇ ਆਪਣੀ ਛੱਪਰ ਬਣਾਈ, ਛੰਨ ਬਣਾਈ ਹੋਈ ਹੈ, ਉੱਥੇ ਨੇੜੇ ਹੀ ਇੱਕ ਸ਼ਾਹੂਕਾਰ ਨੇ ਬੜਾ ਸੋਹਣਾ ਆਲੀਸ਼ਾਨ ਮਕਾਨ ਬਣਾਉਣਾ ਸ਼ੁਰੂ ਕੀਤਾ। ਮਿਸਤਰੀ ਕਾਰੀਗਰ ਲੱਗੇ ਹੋਏ, ਬੜਾ ਸੋਹਣਾ ਘਰ ਬਣਾਉਂਦੇ ਪਏ। ਜਦੋਂ ਘਰ ਕੁਝ ਕੁ ਤਿਆਰ ਹੋ ਗਿਆ ਤੇ ਕਾਰੀਗਰਾਂ ਨੇ, ਮਿਸਤਰੀਆਂ ਨੇ ਸਲਾਹ ਦਿੱਤੀ ਸ਼ਾਹੂਕਾਰ ਨੂੰ ਵੀ ਆਹ ਜਿਹੜੀ ਸਾਹਮਣੇ ਛਪਰੀ ਹੈ ਨਾ, ਇਹ ਤੇਰੇ ਮਕਾਨ ਦੀ ਦਿੱਖ ਨੂੰ ਖਰਾਬ ਕਰਦੀ ਪਈ। ਐਡਾ ਸੋਹਣਾ ਮਕਾਨ ਬਣਿਆ, ਸਾਹਮਣੇ ਛੱਪਰ ਹੋਵੇ, ਚੰਗਾ ਨਹੀਂ ਲੱਗਦਾ। ਇਹਦੀ ਮੁਕੰਮਲਤਾਈ ਵੀ ਤਾਂ ਹੋਵੇਗੀ, ਸੋਹਣਾ ਵੀ ਇਹ ਤਾਂ ਲੱਗੇਗਾ ਜੇ ਆਪਾਂ ਛਪਰੀ ਤੋੜ ਦਈਏ ਤੇ ਜਗ੍ਹਾ ਆਪਣੇ ਨਾਲ ਮਿਲਾ ਲਈਏ, ਆਪਣਾ ਮਕਾਨ ਸੋਹਣਾ ਤੇ ਖੁੱਲ੍ਹਾ ਬਣ ਜਾਏਗਾ। ਸ਼ਾਹੂਕਾਰ ਪੈਸੇ ਵਾਲਾ ਆਦਮੀ ਹੈ। ਮਨ ਵਿੱਚ ਸੋਚਿਆ ਇੱਕ ਗਰੀਬ ਬੰਦਾ ਮੇਰਾ ਕੀ ਵਿਗਾੜੇਗਾ, ਬਹੁਤਾ ਜੇ ਰੌਲਾ ਪਾਵੇਗਾ ਤੇ ਮੈਂ ਉਹਨੂੰ ਪੈਸੇ ਦੇ ਦਿਆਂਗਾ। ਬੋਲ ਤੂੰ ਕਿੰਨੇ ਪੈਸੇ ਲੈਣੇ, ਜਿੰਨੇ ਮੰਗੇਗਾ ਮੈਂ ਦੇ ਦਿਆਂਗਾ। ਇਹ ਗੱਲ ਵਿਚਾਰ ਕੇ ਸ਼ਾਹੂਕਾਰ ਨੇ ਮਿਸਤਰੀਆਂ ਨੂੰ ਹੁਕਮ ਦਿੱਤਾ, ਮਜ਼ਦੂਰਾਂ ਨੂੰ ਹੁਕਮ ਦਿੱਤਾ ਕਿ ਇਹ ਛਪਰੀ ਜਿਹੜੀ ਹੈ ਤੋੜ ਕੇ ਪਰੇ ਸੁੱਟ ਦਿਓ। ਛਪਰੀ ਵਾਲੀ ਜਗ੍ਹਾ ਮੇਰੇ ਮਹਿਲ ਦੇ ਵਿੱਚ ਮੇਰੇ ਮਕਾਨ ਦੇ ਨਾਲ ਮਿਲਾ ਦਿਓ। ਮੇਰਾ ਮਕਾਨ ਮਹੱਲ ਸੋਹਣਾ ਲੱਗਣਾ ਚਾਹੀਦਾ। ਇਸੇ ਤਰ੍ਹਾਂ ਮਜ਼ਦੂਰਾਂ ਨੇ ਕੀਤਾ। ਨਾਮਦੇਵ ਦੀ ਛਪਰੀ ਪੱਟ ਕੇ ਪਰੇ ਦੂਰ ਸੁੱਟ ਦਿੱਤੀ। ਜਗ੍ਹਾ ਜਿਹੜੀ ਸੀ ਉਹ ਭਗਤ ਦੀ ਆਪਣੇ ਮਹਿਲ ਦੇ ਨਾਲ ਮਿਲਾ ਲਈ। ਬੜਾ ਸੋਹਣਾ ਮਹੱਲ ਬਣਾ ਕੇ ਵਿੱਚ ਉਹਦੇ ਬੈਠ ਗਏ। ਕੁਝ ਸਮੇਂ ਬਾਅਦ ਜਦੋਂ ਯਾਤਰਾ ਕਰਕੇ ਭਗਤ ਨਾਮਦੇਵ ਜੀ ਪਰਿਵਾਰ ਦੇ ਸਮੇਤ ਆਏ, ਵੇਖਦੇ ਜਿੱਥੇ ਮੈਂ ਛਪਰੀ ਛੱਡ ਕੇ ਗਿਆ ਸੀ ਛੰਨ ਦਿਸਦੀ ਕੋਈ ਨਹੀਂ ਹੈ। ਆਂਢੀਆਂ ਗੁਆਂਢੀਆਂ ਨੂੰ ਪੁੱਛਿਆ, ਨੇੜੇ ਦੇ ਲੋਕਾਂ ਨੂੰ ਪੁੱਛਿਆ ਵੀ ਮੇਰਾ ਇੱਥੇ ਘਰ ਸੀ, ਦਿਸਦਾ ਨਹੀਂ। ਗੁਆਂਢੀਆਂ ਨੇ ਦੱਸ ਦਿੱਤਾ, ਕਹਿਣ ਲੱਗੇ ਵੀ ਉਹ ਛਪਰੀ ਤੇਰੀ ਤੇ ਸ਼ਾਹੂਕਾਰ ਨੇ ਤੋੜ ਕੇ ਪਰੇ ਸੁੱਟ ਦਿੱਤੀ ਹੈ, ਤੇਰੀ ਜਗ੍ਹਾ ਨੂੰ ਆਪਣੀ ਜਗ੍ਹਾ ਵਿੱਚ ਮਿਲਾ ਕੇ ਬੈਠ ਗਿਆ। ਜਦੋਂ ਭਗਤ ਨਾਮਦੇਵ ਜੀ ਇਹ ਗੱਲ ਸੁਣੀ ਤੇ ਸ਼ਾਹੂਕਾਰ ਦੇ ਕੋਲ ਗਏ ਤੇ ਸ਼ਾਹੂਕਾਰ ਨੂੰ ਫਿਰ ਜਿਹੜੇ ਜਾ ਕੇ ਬਚਨ ਉਹਨਾਂ ਨੇ ਕਹੇ ਨਾ, ਉਹਨਾਂ ਬਚਨਾਂ ਨੂੰ ਫਿਰ ਇੱਥੇ ਬਾਣੀ ਵਿੱਚ ਮਹਾਰਾਜ ਨੇ ਲਿਖਿਆ। ਸਤਿਗੁਰੂ ਫਰਮਾਉਂਦੇ ਹਨ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਨ ਤਰ ਮੂੰਡ ਬੁਲਾਏ। ਸੋ ਉਸ ਵੇਲੇ ਭਗਤ ਨਾਮਦੇਵ ਜੀ ਕਹਿਣ ਲੱਗੇ, ਗਹਿਰੀ ਕਰਕੇ ਨੀਵ ਖੁਦਾਈ। ਕਹਿਣ ਲੱਗੇ ਸ਼ਾਹੂਕਾਰਾ, ਆਪਣੇ ਮਹੱਲ ਦੀਆਂ ਬੜੀਆਂ ਡੂੰਘੀਆਂ ਨੀਆਂ ਪੁੱਟੀਆਂ। ਕਾਰੀਗਰ ਨੂੰ ਆਖਿਆ ਨਾ, ਮਿਸਤਰੀ ਨੂੰ, ਕਿ ਮਹੱਲ ਲੰਮੇ ਸਮੇਂ ਤੱਕ ਮਹਿਲ ਰਹਿਣਾ ਚਾਹੀਦਾ। ਮਹਿਲ ਦੀ ਇੱਕ ਬੁਨਿਆਦ ਹੈ ਪਰ ਇਨਸਾਨ ਦੀ ਕੋਈ ਬੁਨਿਆਦ ਨਹੀਂ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਗਹਿਰੀ ਕਰਕੇ ਬੜੀਆਂ ਗਹਿਰੀਆਂ ਡੂੰਘੀਆਂ ਨੀਆਂ ਪੱਟ ਕੇ ਉਹਦੇ ਵਿੱਚ ਰੋੜ ਕੰਕਰ ਭਰ ਕੇ, ਚੂਨਾ ਭਰ ਕੇ ਨੀਂਵ ਖੁਦਾਈ, ਨੀਂਹ ਰੱਖੀ ਹੈ। ਉੱਪਰ ਮੰਡਪ ਛਾਏ, ਉਹਦੇ ਉੱਪਰ ਬੜਾ ਸੋਹਣਾ ਮਹੱਲ ਬਣਾਇਆ, ਮਹਿਲ ਬਣਾਇਆ, ਜਿਹਦੀ ਬੜੀ ਸੋਹਣੀ ਸ਼ੋਭਾ ਹੈ, ਜਿਹਦੇ ਉੱਪਰ ਬੜੀਆਂ ਸੋਹਣੀਆਂ ਕੰਧਾਂ ਕੀਤੀਆਂ, ਕੰਧਾਂ ਦੇ ਉੱਪਰ ਛੱਤ ਬਣਾਈ ਹੈ, ਕੰਧਾਂ ਦੇ ਉੱਪਰ ਚਿੱਤਰਕਾਰੀ ਕੀਤੀ ਹੈ, ਕੰਧਾਂ ਦੇ ਵਿੱਚ ਕਈ ਤਰ੍ਹਾਂ ਦੇ ਡਿਜ਼ਾਈਨ ਦਿੱਤੇ ਨੇ। ਮਹੱਲ ਤੇ ਬੜਾ ਸੋਹਣਾ ਤੂੰ ਬਣਾਇਆ ਹੈ। ਪਰ ਇਹ ਮਹੱਲ ਤੇ ਦੁਨੀਆ ਤੇ ਰਹਿ ਜਾਂਦੇ, ਪਰ ਮਹੱਲ ਵਿੱਚ ਰਹਿਣ ਵਾਲਾ ਨਹੀਂ ਦੁਨੀਆ ਤੇ ਰਹਿੰਦਾ।
ਜਦੋਂ ਇਹ ਬਚਨ ਆਖੇ ਨਾ ਭਗਤ ਨਾਮਦੇਵ ਜੀਆਂ ਨੇ, ਤੇ ਉਸ ਵੇਲੇ ਹੰਕਾਰੀ ਜਿਹੜਾ ਸ਼ਾਹੂਕਾਰ ਹੈ ਉਹ ਬਚਨ ਮੰਨਣ ਨੂੰ ਤਿਆਰ ਨਹੀਂ ਹੈ। ਫਿਰ ਇੱਥੇ ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਜੇ ਨਹੀਂ ਯਕੀਨ ਆਉਂਦਾ ਤੇ ਸ਼ਾਸਤਰਾਂ ਦੇ ਵਿੱਚ ਇੱਕ ਬਚਨ ਲਿਖਿਆ, ਉਹ ਤੇਰੇ ਨਾਲ ਅਸੀਂ ਸਾਂਝਾ ਕਰਦੇ ਹਾਂ, ਬਖਸ਼ਿਸ਼ ਕਰਦੇ ਹਨ। ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਨ ਤਰ ਮੂੰਡ ਬੁਲਾਏ। ਮਾਰਕੰਡਾ ਨਾਮ ਦਾ ਇੱਕ ਰਿਖੀ ਹੋਇਆ ਪਹਿਲੇ ਸਮੇਂ ਦੇ ਵਿੱਚ। ਵਿਦਵਾਨਾਂ ਨੇ ਲਿਖਿਆ ਵੀ ਮਾਰਕੰਡੇ ਰਿਖੀ ਦੀ ਉਮਰਾ ਬੜੀ ਲੰਮੀ ਹੈ। ਇੰਨੀ ਉਮਰਾਂ ਲੰਮੀਆਂ ਵੀ ਹੋ ਸਕਦਾ ਉਹਦੀ ਉਮਰਾਂ ਲੰਮੀ ਜਿੰਨਾ ਕੋਈ ਦੂਜਾ ਵਿਅਕਤੀ ਨਾ ਹੀ ਹੋਵੇ। ਮਾਰਕੰਡੇ ਤੇ ਕੋ ਅਧਿਕਾਈ, ਮਾਰਕੰਡੇ ਨਾਮ ਦੇ ਰਿਖੀ ਦੇ ਨਾਲੋਂ ਕੋ ਅਧਿਕਾਈ ਕਿਹੜਾ ਹੈ ਦੂਜਾ ਲੰਮੀ ਉਮਰ ਵਾਲਾ? ਨਹੀਂ, ਕੋਈ ਨਹੀਂ ਹੈ। ਪਰ ਉਸ ਬੰਦੇ ਨੇ ਆਪਣੀ ਸਾਰੀ ਉਮਰਾਂ ਤ੍ਰੇਨ ਧਰ ਮੂੰਡ ਬੁਲਾਏ, ਆਪਣੇ ਸਿਰ ਦੇ ਉੱਪਰ ਕੱਖਾਂ ਦੀ ਛੰਨ ਪਾ ਕੇ ਤੇ ਸਾਰੀ ਉਮਰਾਂ ਕੱਢ ਦਿੱਤੀ। ਸ਼ਾਹੂਕਾਰਾ ਤੇਰੀ ਉਮਰਾਂ ਤੇ ਕੁਝ 100 ਸਾਲ ਹੋ ਸਕਦੀ ਹੈ, 90 ਸਾਲ ਹੋਵੇਗੀ, 80 ਸਾਲ ਹੋਵੇਗੀ, ਤੂੰ ਇੰਨੀ ਕੁ ਉਮਰਾਂ ਦਾ ਹੰਕਾਰ ਕਰਕੇ ਮੇਰਾ ਗਰੀਬ ਦਾ ਛੱਪਰ ਤੋੜ ਕੇ ਪਰੇ ਸੁੱਟ ਦਿੱਤਾ ਹੈ। ਪਰ ਤੇਰੇ ਤੋਂ ਪਹਿਲਾਂ ਇੱਕ ਐਸਾ ਵੀ ਵਿਅਕਤੀ ਦੁਨੀਆ ਤੇ ਹੋਇਆ ਹੈ ਜਿਹਦੀ ਉਮਰਾਂ ਤੇ ਬੜੀ ਲੰਮੀ ਸੀ, ਪਰ ਉਹਨੇ ਆਪਣੇ ਵਾਸਤੇ ਨਾ ਮਹਿਲ ਬਣਾਇਆ ਤੇ ਨਾ ਕਿਸੇ ਦੀ ਛੱਪਰੀ ਤੋੜ ਕੇ ਪਰੇ ਸੁੱਟੀ ਹੈ, ਸਗੋਂ ਛੱਪਰ ਦੇ ਵਿੱਚ ਰਹਿ ਕੇ ਆਪ ਉਹਨੇ ਸਾਰੀ ਜ਼ਿੰਦਗੀ ਦਾ ਆਪੇ ਗੁਜ਼ਾਰਾ ਕਰ ਲਿਆ। ਮਾਰਕੰਡੇ ਤੇ ਕੋ ਅਧਿਕਾਈ, ਮਾਰਕੰਡੇ ਨਾਮ ਦੇ ਰਿਖੀ ਦੇ ਨਾਲੋਂ ਕਿਹੜਾ ਹੈ ਅਧਿਕਾਈ, ਅਧਿਕ ਉਮਰ ਵਾਲਾ, ਬਹੁਤੀ ਉਮਰ ਵਾਲਾ? ਨਹੀਂ, ਕੋਈ ਨਹੀਂ ਹੈ। ਪਰ ਐਸੇ ਵਿਅਕਤੀ ਨੇ ਤ੍ਰੇਣ ਧਰ ਮੂੰਡ ਬੁਲਾਏ, ਮੂੰਡ ਕਹੀਏ ਸਿਰ, ਆਪਣੇ ਸਿਰ ਦੇ ਉੱਪਰ ਕੱਖਾਂ ਦੀ ਛੱਤ ਪਵਾ ਕੇ, ਭਾਵ ਕੇ ਛੰਨ ਦੇ ਵਿੱਚ, ਛੱਪਰ ਦੇ ਵਿੱਚ ਹੀ ਆਪਣਾ ਸਮਾਂ ਬਤੀਤ ਕਰ ਲਿਆ। ਐਸਾ ਹੋਇਆ ਹੈ ਦੁਨੀਆ ਦੇ ਵਿੱਚ, ਐਸਾ ਹੋਇਆ ਇਤਿਹਾਸ ਦੇ ਵਿੱਚ। ਜਦੋਂ ਭਗਤ ਨਾਮਦੇਵ ਨੇ ਬਚਨ ਕਹੇ ਨਾ, ਤੇ ਸ਼ਾਹੂਕਾਰ ਨੂੰ ਗੁੱਸਾ ਆ ਗਿਆ। ਕਹਿਣ ਲੱਗਾ ਜਾ, ਮੈਂ ਤੇਰੀ ਛਪਰੀ ਤੋੜੀ ਹੈ, ਜਾ ਤੂੰ ਜੋ ਕਰਨਾ ਕਰ ਲਾ, ਜਿਹਨੂੰ ਬੁਲਾ ਕੇ ਲਿਆਉਣਾ ਲੈ ਆ, ਜੋ ਮੇਰਾ ਤੂੰ ਵਿਗਾੜ ਸਕਦਾ ਵਿਗਾੜ ਦੇ। ਜਦੋਂ ਇਹ ਗੱਲ ਕਹੀ ਨਾ ਹੰਕਾਰੀ ਹੋਏ ਉਸ ਸ਼ਾਹੂਕਾਰ ਨੇ, ਤੇ ਫਿਰ ਭਗਤ ਨਾਮਦੇਵ ਜੀ ਉਸ ਦਾ ਜਵਾਬ ਦਿੰਦੇ ਹਨ। ਅਮਰੋ ਕਰਤਾ ਰਾਮ ਸਨੇਹੀ। ਕਹਿਣ ਲੱਗੇ ਸ਼ਾਹੂਕਾਰਾ, ਅਮਰੋ ਤੋਂ ਭਾਵ ਸਾਡਾ, ਮੇਰਾ ਤੇ ਸਨੇਹੀ ਇੱਕੋ ਹੀ ਹੈ। ਸਨੇਹੀ ਕਹੀਏ ਪ੍ਰੇਮ ਕਰਨ ਵਾਲਾ, ਮੇਰੇ ਨਾਲ ਤੇ ਪ੍ਰੇਮ ਕਰਨ ਵਾਲਾ ਇੱਕੋ ਹੀ ਹੈ, ਕਿਉਂਕਿ ਮੈਂ ਵੀ ਇੱਕ ਦੇ ਨਾਲ ਹੀ ਪ੍ਰੇਮ ਕੀਤਾ। ਉਹ ਕੌਣ ਹੈ? ਰਾਮ, ਰਮਿਆ ਹੋਇਆ। ਅਮਰੋ ਕਰਤਾ, ਮੇਰਾ ਕਰਨ ਵਾਲਾ, ਮੇਰੇ ਨਾਲ ਪ੍ਰੇਮ ਕਰਨ ਵਾਲਾ, ਜਿਹਦੇ ਨਾਲ ਮੈਂ ਪ੍ਰੇਮ ਕਰਦਾ ਹਾਂ, ਉਹ ਇੱਕ ਰਾਮ ਹੈ। ਤੂੰ ਆਖਿਆ ਨਾ ਵੀ ਜਾ ਜਿਹਨੂੰ ਮਰਜ਼ੀ ਬੁਲਾ ਕੇ ਲੈ ਆ। ਮੇਰਾ ਦੁਨੀਆ ਨਾਲ ਕੋਈ ਰਿਸ਼ਤਾ ਨਹੀਂ ਹੈ, ਮੈਂ ਦੁਨੀਆ ਦੇ ਕਿਸੇ ਵਿਅਕਤੀ ਨੂੰ ਬੁਲਾਵਾਂਗਾ ਵੀ ਨਹੀਂ, ਪਰ ਜੇ ਬੁਲਾਵਾਂਗਾ ਤੇ ਉਹਨੂੰ ਬੁਲਾਵਾਂਗਾ ਜਿਹਦੇ ਨਾਲ ਮੈਂ ਸਨੇਹ ਕੀਤਾ, ਜਿਹਦੇ ਨਾਲ ਮੈਂ ਪਿਆਰ ਕੀਤਾ। ਗੁਰਮੁਖੋ, ਭਗਤ ਨਾਮਦੇਵ ਜੀਆਂ ਨੇ ਲਿਖਿਆ, ਹਿੰਦੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦਿਹੁਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਹੁਰਾ ਫਿਰੈ। ਇੱਕ ਵਾਰੀ ਨਾ ਮੰਦਰ ਦੇ ਵਿੱਚ ਆਰਤੀ ਕਰਦੇ ਪਏ ਪੰਡਤ, ਤੇ ਭਗਤ ਨਾਮਦੇਵ ਜੀਆਂ ਦੇ ਕੰਨਾਂ ਵਿੱਚ ਆਵਾਜ਼ ਪਈ ਤੇ ਇਹ ਵੀ ਚਲੇ ਗਏ, ਕਿਉਂਕਿ ਮਸਤ ਹੋ ਗਏ ਨਾ। ਬੜੇ ਸੋਹਣੇ ਸ਼ਬਦ ਕੰਨਾਂ ਵਿੱਚ ਪੈ ਰਹੇ ਨੇ, ਰੱਬ ਦੀ ਗੱਲ ਸੁਣ ਕੇ, ਰੱਬ ਦਾ ਨਾਮ ਸੁਣ ਕੇ ਮਸਤ ਹੋ ਗਏ। ਦੂਜੇ ਲੋਕ ਤੇ ਖੜਤਾਲਾਂ ਵਜਾਉਂਦੇ ਪਏ, ਆਪਣੇ ਪੈਰ ਦੀਆਂ ਖੜਾਵਾਂ ਲੈ ਕੇ ਉਹੀ ਵਜਾਉਣ ਲੱਗ ਪਏ। ਜਦੋਂ ਹੰਕਾਰੀ ਬ੍ਰਾਹਮਣਾਂ ਨੇ ਵੇਖਿਆ ਵੀ ਇਹ ਸਾਡੇ ਮੰਦਰ ਵਿੱਚ ਆ ਗਿਆ, ਜਾਤ ਇਹਦੀ ਨੀਵੀਂ ਹੈ, ਮੰਦਰ ਵਿੱਚ ਆ ਨਹੀਂ ਸਕਦਾ, ਕਈ ਤਰ੍ਹਾਂ ਦੇ ਧੱਕੇ ਮਾਰੇ, ਮਾਨ ਅਪਮਾਨ ਵਾਲੇ ਬਚਨ ਵੀ ਕੀਤੇ, ਮਾੜੇ ਬਚਨ ਬੋਲੇ, ਨਰਾਦਰ ਕਰਕੇ ਤੇ ਬਾਹੋਂ ਫੜਿਆ ਤੇ ਖਿੱਚ ਕੇ ਬਾਹਰ ਮੰਦਰ ਤੋਂ ਕੱਢਿਆ। ਭਗਤ ਨਾਮਦੇਵ ਜੀ ਨੂੰ ਵੈਰਾਗ ਆ ਗਿਆ, ਨੇਤਰਾਂ ਵਿੱਚ ਜਲ ਭਰਿਆ ਆ। ਕਹਿਣ ਲੱਗੇ, ਹੀਨੜੀ ਜਾਦ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ। ਜੇ ਬਾਹਰਲਾ ਹੀ ਵੇਖਣਾ ਹੈ ਤਨ, ਬਾਹਰਲੀ ਵੇਖਣੀ ਹੈ ਜਾਤ ਗੋਤ,
ਵੀ ਇਹਦੇ ਨਾਲ ਹੀ ਰੱਬ ਮਿਲਦਾ, ਫਿਰ ਪ੍ਰਮਾਤਮਾ ਮੈਨੂੰ ਇਸ ਜਾਤ ਵਿੱਚ ਪਾਇਆ ਕਿਉਂ, ਫਿਰ ਮੈਨੂੰ ਵੀ ਉੱਚੀ ਕੁਲ ਦਾ ਬ੍ਰਾਹਮਣ ਬਣਾ ਦਿੰਦਾ, ਖੱਤਰੀ ਬਣਾ ਦਿੰਦਾ, ਮੈਨੂੰ ਰੋਕ ਟੋਕ ਕੋਈ ਨਾ ਹੁੰਦੀ। ਇਹ ਬਚਨ ਕਰਕੇ ਜਦੋਂ ਬੈਠੇ ਨਾ ਤੇ ਕਹਿਣ ਲੱਗੇ, ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ। ਦੁਨੀਆ ਦੇ ਲੋਕਾਂ ਦਾ ਦੁਨੀਆ ਨਾਲ ਪ੍ਰੇਮ ਹੈ, ਦੁਨੀਆ ਨਾਲ ਪ੍ਰੇਮ ਕਰਕੇ ਮੰਦਰ ਨਹੀਂ ਘੁਮਾਇਆ ਜਾ ਸਕਦਾ, ਪਰ ਜਿਹਦਾ ਪ੍ਰੇਮ ਰੱਬ ਦੇ ਨਾਲ ਹੈ ਨਾ, ਰੱਬ ਨੇ ਜੇ ਉਹਦੇ ਨਾਲ ਪ੍ਰੇਮ ਕੀਤਾ ਤੇ ਉਹਦੇ ਵਾਸਤੇ ਮੰਦਰ ਵੀ ਘੁਮਾ ਕੇ ਰੱਖ ਦਿੱਤਾ। ਸਤਿਗੁਰੂ ਕਹਿਣ ਲੱਗੇ, ਹਮਰੋ ਕਰਤਾ ਰਾਮ ਸੁਨੇਹੀ। ਮੈਂ ਤੇ ਉਹਦੇ ਨਾਲ ਪ੍ਰੇਮ ਕਰਦਾ ਜਿਹੜਾ ਮੇਰੇ ਨਾਲ ਪ੍ਰੇਮ ਕਰਦਾ ਹੈ, ਔਰ ਉਹ ਐਸਾ ਹੈ ਜਦੋਂ ਲੋੜ ਪਵੇਗੀ ਮੰਦਰ ਵੀ ਘੁਮਾਏਗਾ, ਦੁਨੀਆ ਘੁਮਾ ਦੇਵੇਗਾ, ਮੇਰੇ ਵਾਸਤੇ ਸਭ ਕੁਝ ਕਰੇਗਾ। ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜਿਨ੍ਹਾਂ ਨੇ ਪ੍ਰੇਮ ਦੀ ਖੇਡ ਖੇਡੀ ਹੈ ਨਾ, ਜਿਨ੍ਹਾਂ ਨੇ ਪ੍ਰੇਮ ਕੀਤਾ, ਹਮਰੋ ਕਰਤਾ ਰਾਮ ਸੁਨੇਹੀ, ਉਹ ਫਿਰ ਆਪਣੀ ਪਰਵਾਹ ਨਹੀਂ ਕਰਦੇ। ਐਸੇ ਪ੍ਰਮਾਤਮਾ ਦੇ ਦਰ 'ਤੇ ਉਹ ਭਿੱਜ ਜਾਂਦੇ, ਉਹਦਾ ਹੀ ਬਣ ਜਾਂਦੇ। ਸ਼ਾਹੂਕਾਰ ਨੇ ਆਖਿਆ, ਜਾ ਜਿਹਨੂੰ ਮਰਜ਼ੀ ਬੁਲਾ ਕੇ ਲਿਆ, ਮੈਨੂੰ ਨਹੀਂ ਡਰ ਕਿਸੇ ਦਾ। ਨਾਮਦੇਵ ਜੀ ਕਹਿਣ ਲੱਗੇ, ਮੇਰੀ ਦੁਨੀਆਦਾਰੀ ਨਾਲ ਰਿਸ਼ਤੇਦਾਰੀ ਹੈ ਹੀ ਨਹੀਂ ਹੈ, ਮੇਰੇ ਨਾਲ ਤੇ ਪ੍ਰੇਮ ਕਰਨ ਵਾਲਾ ਪ੍ਰਮਾਤਮਾ ਹੈ, ਉਹਦੇ ਤੋਂ ਬਿਨਾਂ ਮੈਂ ਕਿਸੇ ਨੂੰ ਪ੍ਰੇਮ ਨਹੀਂ ਕਰਦਾ। ਹਾਂ ਕਾਹੇ ਰੇ ਨਰ ਗਰਭ ਕਰਤ ਹੋ, ਵਿੰਸ ਜਾਏ ਝੂਠੀ ਦੇਹੀ। ਕਹਿਣ ਲੱਗੇ, ਸ਼ਾਹੂਕਾਰਾ ਕਿਉਂ ਹੰਕਾਰ ਕਰਦਾ ਪਿਆ? ਤੇਰੇ ਮਨ ਵਿੱਚ ਮਾਣ ਹੈ ਨਾ ਵੀ ਮੈਂ ਸ਼ਾਹੂਕਾਰ ਆ, ਮੇਰੇ ਕੋਲ ਪੈਸਾ ਹੈ, ਮੇਰੇ ਕੋਲ ਬੰਦੇ ਨੇ, ਮੈਂ ਜੋ ਮਰਜ਼ੀ ਕਰਾਂ। ਕਾਹੇ ਰੇ ਨਰ ਗਰਭ ਕਰਤ ਹੋ, ਬੰਦਿਆ ਕਿਉਂ ਹੰਕਾਰ ਕਰਦਾ? ਸਰੀਰ ਦਾ ਹੰਕਾਰ। ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨ ਕੁ ਲਾਗੈ ਠਨਕਾ। ਇਹ ਸਰੀਰ ਰੂਪੀ ਭਾਂਡੇ ਦਾ ਕੀ ਹੰਕਾਰ ਕਰਨਾ? ਪਤਾ ਨਹੀਂ ਪੌੜੀ ਉਤਰਦਿਆਂ ਉਤਰਿਆ ਜਾਣਾ ਕਿ ਨਹੀਂ ਉਤਰਿਆ ਜਾਣਾ, ਰਸਤੇ 'ਤੇ ਚੱਲਦਿਆਂ ਪਤਾ ਨਹੀਂ ਇੱਕ ਪੈਰ ਪੱਟਿਆ ਜਾਣਾ ਕਿ ਉੱਥੇ ਹੀ ਡਿੱਗ ਪੈਣਾ। ਪ੍ਰਸ਼ਾਦਾ ਛਕਦਾ ਪਿਆ, ਬੁਰਕੀ ਹੱਥ ਵਿੱਚ ਫੜੀ ਹੈ, ਪਤਾ ਨਹੀਂ ਉਹ ਬੁਰਕੀ ਮੂੰਹ ਤੱਕ ਜਾਣੀ ਹੈ ਕਿ ਥਾਲੀ ਵਿੱਚ ਡਿੱਗਣੀ ਹੈ। ਹੰਕਾਰ ਕਿਸ ਗੱਲ ਦਾ ਕਰਦਾ ਪਿਆ? ਕਾਹੇ ਰੇ ਨਰ ਗਰਭ ਕਰਤ ਹੋ, ਬੰਦਿਆ ਕਿਉਂ ਹੰਕਾਰ ਕਰੀ ਬੈਠਾ ਇਸ ਤਨ ਦਾ, ਇਸ ਸਰੀਰ ਦਾ। ਬਿਨ ਸਜਾਏ ਝੂਠੀ ਦੇਹੀ, ਇਹ ਦੇਹੀ ਝੂਠੀ ਨਾਸਵੰਤ ਹੈ, ਇਹਨੂੰ ਨਾਸ ਹੁੰਦਿਆਂ ਟਾਈਮ ਕੋਈ ਨਹੀਂ ਲੱਗਦਾ, ਇਹਨੂੰ ਖਤਮ ਹੁੰਦਿਆਂ ਟਾਈਮ ਕੋਈ ਨਹੀਂ ਲੱਗਦਾ। ਇਸ ਤਰ੍ਹਾਂ ਭਗਤ ਨਾਮਦੇਵ ਜੀ ਉਹ ਸ਼ਾਹੂਕਾਰ ਨੂੰ ਉਪਦੇਸ਼ ਦਿੰਦੇ ਹਨ। ਰਹਾਉ ਰਹਾਉ ਵਿਸ਼ਰਾਮ ਦੇ ਕੇ ਇਸ ਉਪਦੇਸ਼ ਨੂੰ ਅੱਗੇ ਬਖਸ਼ਿਸ਼ ਕਰਦੇ ਹਨ। ਮੇਰੀ ਮੇਰੀ ਕੈਰੋ ਕਰਤੇ, ਦੁਰਯੋਧਨ ਸੇ ਪਾਈ। ਭਗਤ ਨਾਮਦੇਵ ਜੀ ਕਹਿਣ ਲੱਗੇ, ਇੰਨਾ ਹੰਕਾਰ ਸ਼ਾਹੂਕਾਰਾ ਤੇਰੇ ਵਾਸਤੇ ਠੀਕ ਨਹੀਂ। ਤੇਰੇ ਤੋਂ ਪਹਿਲਾਂ ਦੁਰਯੋਧਨ ਹੋਇਆ, ਦੁਰਯੋਧਨ ਦੇ ਕਈ ਭਰਾ ਸਨ, ਔਰ ਦੁਰਯੋਧਨ ਵਰਗੇ ਹੀ ਬਲ ਵਾਲੇ ਸਨ। ਵਿਦਵਾਨਾਂ ਨੇ ਲਿਖਿਆ ਵੀ 100 ਭਰਾ ਨੇ ਦੁਰਯੋਧਨ ਹੋਣੀ, ਤੇ 5 ਭਰਾ ਨੇ ਅਰਜੁਨ ਹੋਣੀ। ਅਰਜੁਨ ਹੋਣੀ ਪਾਂਡਵਾਂ ਦੇ ਵਿੱਚੋਂ ਨੇ, ਦੁਰਯੋਧਨ ਹੋਣੀ ਕੌਰਵਾਂ ਦੇ ਵਿੱਚੋਂ ਨੇ। ਕੌਰਵਾਂ ਦੇ ਭਰਾ 100 ਨੇ ਦੁਰਯੋਧਨ ਵਰਗੇ ਬਲ ਵਾਲੇ। ਨਾਮਦੇਵ ਜੀ ਕਹਿਣ ਲੱਗੇ, ਮੇਰੀ ਮੇਰੀ ਕੈਰੋਂ ਕਰਤੇ, ਆ ਮੇਰਾ ਹੈ, ਆ ਮੇਰਾ ਹੈ, ਸਾਰੀ ਉਮਰ ਇਹ ਕਰਦੇ ਰਹੇ। ਦੁਰਯੋਧਨ ਸੇ ਭਾਈ, ਦੁਰਯੋਧਨ ਤੇ ਦੁਰਯੋਧਨ ਦੇ 100 ਭਾਈਆਂ ਨੇ ਆਖਿਆ ਸਭ ਕੁਝ ਸਾਡਾ। ਇਤਿਹਾਸ ਵਿੱਚ ਬਚਨ ਆਉਂਦਾ ਵੀ ਇੱਕ ਵਾਰੀ ਕੌਰਵਾਂ ਤੇ ਪਾਂਡਵਾਂ ਨੇ ਆਪਸ ਵਿੱਚ ਜੂਆ ਖੇਲਿਆ, ਚਾਚੇ ਤਾਏ ਦੇ ਪੁੱਤਰ ਨੇ। ਤੇ ਜੂਆ ਖੇਡਦਿਆਂ ਖੇਡਦਿਆਂ ਨਾ ਇਹੋ ਜਿਹਾ ਦਾ ਖੇਡੇ, ਇਹੋ ਜਿਹੀ ਬੇਈਮਾਨੀ ਕੀਤੀ ਵੀ ਸਾਰਾ ਕੁਝ ਪਾਂਡਵਾਂ ਨੂੰ ਜੂਏ ਵਿੱਚ ਹਾਰਨਾ ਪਿਆ। ਤੇ ਸਾਰਾ ਕੁਝ ਜੂਆ ਜਿਹੜਾ ਸੀ ਉਹ ਜਿੱਤ ਗਏ ਕੌਰਵ। ਜਦੋਂ ਸਭ ਕੁਝ ਹਾਰ ਗਿਆ ਨਾ ਤੇ ਦੇਸ਼ ਨਿਕਾਲਾ ਮਿਲ ਗਿਆ। ਇਹ ਦਿਸਣੇ ਨਹੀਂ ਚਾਹੀਦੇ, ਦੇਸ਼ ਵਿੱਚ ਰਹਿਣੇ ਨਹੀਂ ਚਾਹੀਦੇ। ਹੁਣ ਉਹਨਾਂ ਕੋਲ ਪਾਵਰ ਆ ਗਈ ਨਾ, ਤਾਕਤ ਆ ਗਈ ਵੀ ਅਸੀਂ ਸਭ ਕੁਝ ਜਿੱਤ ਲਿਆ, ਇਹਨਾਂ ਨੇ ਸਭ ਕੁਝ ਹਾਰ ਦਿੱਤਾ, ਹੁਣ ਅਸੀਂ ਜੋ ਕਰਾਂਗੇ ਉਹ ਹੋਵੇਗਾ। ਤਾਕਤ ਇੱਕ ਇਹੋ ਜਿਹੀ ਚੀਜ਼ ਹੈ, ਜਦੋਂ ਇਸ ਗੱਲ ਦਾ ਪਤਾ ਲੱਗਾ ਭਗਵਾਨ ਕ੍ਰਿਸ਼ਨ ਜੀਆਂ ਨੂੰ, ਉਹ ਵਿੱਚ ਵਿਚੋਲੇ ਬਣ ਗਏ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵਿਚੋਲੇ ਬਣ ਕੇ ਉਹਨਾਂ ਨੇ ਆਖਿਆ ਵੀ ਚਲੋ ਠੀਕ ਹੈ, ਤੁਸੀਂ ਜਿੱਤ ਲਿਆ,
ਤੁਸੀਂ ਸਭ ਕੁਝ ਆਪਣੇ ਕੋਲ ਰੱਖ ਲਓ, ਪਰ ਕੇਵਲ 5 ਪਿੰਡ ਜਿਹੜੇ ਨੇ, ਜ਼ਿਆਦੇ ਨਹੀਂ, ਕੇਵਲ 5 ਪਿੰਡ ਇਹਨਾਂ ਪਾਂਡਵਾਂ ਪੰਜਾਂ ਨੂੰ ਦੇ ਦਿਓ। ਇੱਕ ਇੱਕ ਭਰਾ ਨੂੰ ਇੱਕ ਇੱਕ ਪਿੰਡ ਦੇ ਦਿਓ। ਇਹ ਆਪਣਾ ਗੁਜ਼ਾਰਾ ਕਰ ਲੈਣਗੇ, ਆਪਣਾ ਸਮਾਂ ਬਤੀਤ ਕਰ ਲੈਣਗੇ। ਹੁਣ ਭਗਵਾਨ ਕ੍ਰਿਸ਼ਨ ਜੀ ਸਮੇਂ ਦੇ ਅਵਤਾਰ ਨੇ, ਹੈ ਵੀ ਰਾਜੇ ਉਸ ਵਕਤ ਤੇ। ਜਦੋਂ ਜਾ ਕੇ ਉਹਨਾਂ ਨੇ ਬਚਨ ਕੀਤਾ ਨਾ ਵੀ 5 ਪਿੰਡ ਦੇ ਦਿਓ, ਤੇ ਉਸ ਵੇਲੇ ਕੌਰਵਾਂ ਨੇ ਆਖਿਆ 5 ਪਿੰਡ ਤੇ ਬੜੀ ਦੂਰ ਦੀ ਗੱਲ ਹੈ, ਅਸੀਂ ਸੂਈ ਦੇ ਨੱਕੇ ਜਿੰਨਾ ਵੀ ਥਾਂ ਨਹੀਂ ਦੇਵਾਂਗੇ। 5 ਪਿੰਡ ਤੇ ਕਹਿ ਲਈਏ, ਇੱਕ ਪਿੰਡ ਵੀ ਨਹੀਂ, ਇੱਕ ਪਿੰਡ ਕੀ ਹੀ ਤੇ ਮੰਜੇ ਜਿੰਨੀ ਜਗ੍ਹਾ ਵੀ ਨਹੀਂ ਮਿਲੇਗੀ। ਜਿੱਥੋਂ ਤੱਕ ਸਾਡਾ ਰਾਜ ਹੈ ਰਹਿ ਨਹੀਂ ਸਕਦੇ, ਇਹਨਾਂ ਨੂੰ ਸਾਡੇ ਰਾਜ ਚੋਂ ਬਾਹਰ ਜਾਣਾ ਪਵੇਗਾ। ਇੱਥੇ ਹੀ ਬਸ ਨਹੀਂ, ਇੱਕ ਸ਼ਰਤ ਨਾਲ ਹੋਰ ਵੀ ਹੈ, 12 ਸਾਲ ਦਾ ਦੇਸ਼ ਨਿਕਾਲਾ ਦੇਵਾਂਗੇ, ਤੇ 13ਵਾਂ ਸਾਲ ਜਿਹੜਾ ਹੋਵੇਗਾ ਉਹ ਬਿਲਕੁਲ ਇਹਨਾਂ ਨੂੰ ਗੁਪਤ ਰਹਿਣਾ ਪਵੇਗਾ, ਪਤਾ ਨਹੀਂ ਲੱਗਣਾ ਚਾਹੀਦਾ ਵੀ ਇਹ ਕਿੱਥੇ ਬੈਠੇ। ਤੇ ਜੇ 13ਵੇਂ ਸਾਲ ਸਾਨੂੰ ਪਤਾ ਲੱਗ ਗਿਆ ਨਾ ਵੀ ਫਲਾਣੀ ਥਾਂ ਤੇ ਬੈਠੇ ਨੇ, ਤੇ 12 ਸਾਲ ਨਾਲ ਅੱਗੇ ਹੋਰ ਪਾ ਦਿੱਤੇ ਜਾਣਗੇ। 12 ਸਾਲ ਦਾ ਦੇਸ਼ ਨਿਕਾਲਾ ਹੋਰ ਅੱਗੇ ਵੱਧ ਜਾਏਗਾ। ਮੰਨ ਲਓ 12 ਸਾਲ ਤੇ ਦੇਸ਼ ਨਿਕਾਲੇ ਵਿੱਚ ਕੱਟ ਲੈ, 13ਵਾਂ ਸਾਲ ਗੁਪਤ ਕੱਟਣਾ। ਪਰ ਜੇ 13ਵੇਂ ਸਾਲ ਪਤਾ ਲੱਗ ਗਿਆ ਤੇ 12 ਸਾਲ ਅੱਗੇ ਹੋਰ ਪਲੱਸ ਹੋਣਗੇ। ਇਹ ਸਾਡੀ ਸ਼ਰਤ ਹੈ, ਇਹ ਮੰਨਣੀ ਪਵੇ। ਇਸ ਤਰ੍ਹਾਂ ਕੀਤਾ ਕੌਰਵਾਂ ਨੇ ਪਾਂਡਵਾਂ ਦੇ ਨਾਲ। ਭਗਤ ਨਾਮਦੇਵ ਜੀ ਕਹਿਣ ਲੱਗੇ, ਮੇਰੀ ਮੇਰੀ ਕੈਰੋਂ ਕਰਤੇ। ਜਿਹੜੇ ਕੈਰਵ ਸਨ, ਇਹ ਮੇਰੀ ਜਗ੍ਹਾ ਹੈ, ਇਹ ਮੇਰਾ ਦੇਸ਼ ਹੈ। ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਅਸੀਂ ਦੇਵਾਂਗੇ। ਦੁਰਯੋਧਨ ਸੇ ਭਾਈ, ਦੁਰਯੋਧਨ ਤੇ ਦੁਰਯੋਧਨ ਵਰਗੇ 100 ਭਰਾ ਹੀ ਬਲ ਵਾਲੇ ਸਨ। ਸਾਰਿਆਂ ਦਾ ਮਤਾ ਇੱਕੋ ਸੀ, ਸਾਰਿਆਂ ਦੀ ਸਲਾਹ ਇੱਕੋ ਸੀ ਵੀ ਪਾਂਡਵਾਂ ਨੂੰ ਜਗ੍ਹਾ ਨਹੀਂ ਦੇਣੀ। ਕਹਿਣ ਲੱਗੇ, ਰਾਜਾ ਐ ਸ਼ਾਹੂਕਾਰ, ਤੇਰੇ ਤੋਂ ਪਹਿਲਾਂ ਐਸੇ ਰਾਜੇ ਦੁਨੀਆ ਤੇ ਹੋਏ ਹਨ। 12 ਜੋਜਨ ਸਤਰ ਚਲੇ ਥਾ, ਤੇਹੀ ਗਿਰਜਨ ਖਾਈ। ਸੋ ਭਗਤ ਨਾਮਦੇਵ ਜੀ ਕਹਿਣ ਲੱਗੇ 12 ਯੋਜਨ ਤੱਕ, ਵਿਦਵਾਨਾਂ ਨੇ ਲਿਖਿਆ 4 ਕੋਹ ਦਾ 1 ਯੋਜਨ ਹੁੰਦਾ, 4 ਯੋਜਨ ਦਾ ਸੋ 1 ਕੋਹ ਬਣਦੇ। 12 ਯੋਜਨ ਤੋਂ ਭਾਵ 48 ਕੋਹ ਦਾ ਜਿਹੜਾ ਰਸਤਾ ਹੈ। ਸੋ 1 ਯੋਜਨ ਦੇ ਵਿੱਚ 4 ਕੋਹ ਮੰਨੇ ਗਏ। 12 ਚੌਕ 48, 48 ਕੋਹ ਦੀ ਜਗ੍ਹਾ ਮੰਨੀ ਗਈ। ਕਹਿਣ ਲੱਗੇ ਇੰਨਾ ਉਹਦੇ ਸਰੀਰ ਦੇ ਉੱਪਰ, ਉਹਦੇ ਸਿਰ ਦੇ ਉੱਪਰ ਛਤਰ ਜਿਹੜਾ ਹੈ ਝੁੱਲਦਾ ਹੈ। ਵਿਦਵਾਨਾਂ ਨੇ ਇੱਕ ਸਾਖੀ ਲਿਖੀ ਹੈ। ਕਹਿਣ ਲੱਗੇ ਕਿ ਇਹ ਤਾਂ ਬਚਨ ਇੱਥੇ ਸਾਂਝਾ ਕੀਤਾ 12 ਯੋਜਨ ਦਾ, ਇਸ ਜੰਗ ਦੇ ਵਿੱਚ ਨਾ ਇੱਕ ਭੀਸ਼ਮ ਪਿਤਾਮਾ ਨਾਮ ਦੇ ਬੜੇ ਵੱਡੇ ਹੋਏ ਨੇ ਸੂਰਮੇ, ਜਿਨ੍ਹਾਂ ਨੂੰ ਜੋਗੀ ਰਾਜ ਵੀ ਕਿਹਾ ਜਾਂਦਾ। ਤੇ ਜੰਗ ਲੜਦਿਆਂ ਲੜਦਿਆਂ ਜੰਗ ਦੇ ਵਿੱਚ ਉਹ ਜ਼ਖਮੀ ਹੋ ਗਏ, ਜਾਂ ਕਹਿ ਲਈਏ ਵੀ ਉਹਨਾਂ ਦੇ ਸਰੀਰ ਛੱਡਣ ਦਾ ਸਮਾਂ ਆ ਗਿਆ। ਜਦੋਂ ਇਹ ਸਮਾਂ ਆਇਆ ਨਾ ਉਹਨਾਂ ਦੇ ਉੱਪਰ, ਤੇ ਉਹਨਾਂ ਨੇ ਵੇਖਿਆ ਵੀ ਇਸ ਵੇਲੇ ਦਖਿਆਇਣ ਤੇ ਉਤਰਾਇਣ ਦੀ ਵਿਚਾਰ ਕਰਦੇ ਨੇ। ਜਿਹੜੇ ਜੋਗੀ ਲੋਕ ਨੇ ਨਾ, ਉਹ ਦਖਿਆਇਣ ਦੇ ਵਿੱਚ ਸਰੀਰ ਨਹੀਂ ਤਿਆਗਦੇ, ਉਤਰਾਇਣ ਦੇ ਵਿੱਚ ਸਰੀਰ ਤਿਆਗਦੇ ਨੇ। 6 ਮਹੀਨੇ ਦਾ ਸਮਾਂ ਦਖਿਆਇਣ ਦਾ ਚੱਲਦਾ ਤੇ 6 ਮਹੀਨੇ ਦਾ ਸਮਾਂ ਉਤਰਾਇਣ ਦਾ ਚੱਲਦਾ। ਉਹਨਾਂ ਨੇ ਵੇਖਿਆ ਵੀ ਇਸ ਵੇਲੇ ਦਖਿਆਇਣ ਚੱਲਦਾ ਪਿਆ, ਸਾਡਾ ਸਰੀਰ ਛੱਡਣਾ ਠੀਕ ਨਹੀਂ। ਪਰ ਸਮਾਂ ਵੀ ਗੁਰਮੁਖੋ ਇਹੋ ਜਿਹਾ ਬਣ ਗਿਆ ਵੀ ਜ਼ਖਮੀ ਨੇ, ਜੇ ਇਸ ਵੇਲੇ ਘਰੇ ਜਾਂਦੇ ਨੇ ਵੀ ਚਲੋ 6 ਮਹੀਨੇ ਰੋਕ ਕੇ ਸਰੀਰ ਛੱਡਾਂਗੇ, ਦੁਨੀਆ ਨੇ ਆਖਣਾ ਇਹ ਕਾਇਰ ਹੈ, ਇਹ ਡਰਪੂਕ ਹੈ, ਇਹ ਬੁਝਦਲ ਹੈ, ਭੱਜ ਕੇ ਆ ਗਿਆ ਜੰਗ ਵਿੱਚੋਂ, ਪਿੱਠ ਵਿਖਾ ਕੇ ਆ ਗਿਆ, ਘਰੇ ਵੀ ਨਹੀਂ ਜਾ ਸਕਦਾ। ਅਰਜਨ ਨੂੰ ਆਖਿਆ, ਅਰਜਨ ਇਹੋ ਜਿਹਾ ਪ੍ਰਬੰਧ ਕਰ, ਜਿੰਨਾ ਚਿਰ ਇਹ ਸੂਰਜ ਉਤਰਾਇਣ ਵੱਲ ਨਹੀਂ ਜਾਂਦਾ ਮੈਂ ਸਰੀਰ ਨਹੀਂ ਛੱਡਣਾ, ਮੈਂ ਇੱਥੇ ਰਹਿਣਾ ਚਾਹੁੰਦਾ। ਤੇ ਕਹਿਣ ਲੱਗੇ, ਅਰਜਨ ਨੇ ਬੜੀ ਸੋਹਣੀ ਮਖਮਲੀ ਸੇਜਾ ਵਿਛਾ ਦਿੱਤੀ, ਚਲੋ ਸੇਜਾ ਤੇ ਇਹ ਪੈ ਰਹਿਣਗੇ, ਮੁੜ ਕੇ ਚਲੋ ਸਮਾਂ ਲੰਘ ਜਾਏਗਾ। ਜਦੋਂ ਵੇਖਿਆ ਨਾ ਉਹਨਾਂ ਨੇ ਵੀ ਇਹਨਾਂ ਨੇ ਬੜੀ ਸੋਹਣੀ ਸੇਜਾ ਵਿਛਾਈ ਹੈ, ਤੇ ਉਸ ਵੇਲੇ ਕਹਿਣ ਲੱਗੇ ਭੀਸ਼ਮ ਪਿਤਾਮਾ ਜੀ, ਕਹਿੰਦੇ ਨਹੀਂ, ਜੰਗ ਦੇ ਵਿੱਚ ਐਸੀਆਂ ਸੇਜਾ ਸ਼ੋਭਾ ਨਹੀਂ ਪਾਉਂਦੀਆਂ ਵੀ ਮੈਂ ਸੋਹਣੀ ਮਖਮਲੀ ਸੇਜਾ ਤੇ ਸੁਤਾ ਰਵਾਂ। ਨਹੀਂ, ਮੈਨੂੰ ਜੇ ਸੇਜਾ ਬਣਾ ਕੇ ਦੇਣੀ ਹੈ ਤੇ ਸ਼ਸਤਰਾਂ ਤੀਰਾਂ ਦੀ ਬਣਾ ਕੇ ਦੇ, ਮੈਂ ਤੀਰਾਂ ਦੇ ਉੱਪਰ ਲੇਟਾਂਗਾ। ਇਹ ਬਚਨ ਸੁਣ ਕੇ ਫਿਰ ਕਹਿਣ ਲੱਗੇ ਵੀ ਅਰਜਨ ਨੇ ਤੀਰ ਗੱਡੇ ਧਰਤੀ ਦੇ ਉੱਪਰ, ਮਿੱਟੀ ਦੇ ਵਿੱਚ, ਉਹਨਾਂ ਤੀਰਾਂ ਦੇ ਉੱਪਰ ਫਿਰ ਉਹਨਾਂ ਨੂੰ ਲਟਾਇਆ ਗਿਆ। ਤੇ ਕਹਿਣ ਲੱਗੇ ਉਹ ਲੇਟੇ ਹੋਏ ਰਾਮ ਦਾ ਨਾਮ ਜਾਪ ਕਰਦੇ ਰਹੇ, ਰੱਬ ਨੂੰ ਧਿਆਉਂਦੇ ਰਹੇ।
ਇੱਕ ਵਾਰੀ ਫਿਰ ਉਹਨਾਂ ਦੀ ਇੱਛਾ ਹੋਈ ਵੀ ਮੈਂ ਦੁਰਯੋਧਨ ਨੂੰ ਮਿਲਾਂ, ਤੇ ਦੁਰਯੋਧਨ ਦੀ ਇੱਛਾ ਹੋਈ ਵੀ ਮੈਂ ਜਾ ਕੇ ਭੀਸ਼ਮ ਪਿਤਾਮਾ ਨੂੰ ਮਿਲਾਂ ਜਿਹੜੇ ਮੇਰੇ ਵਾਸਤੇ ਲੜਦੇ ਰਹੇ। ਜਦੋਂ ਜਾਣ ਦਾ ਵਿਚਾਰ ਬਣਾਇਆ ਨਾ, ਤੇ ਉਸ ਵੇਲੇ ਆ ਕੇ ਸੈਨਿਕਾਂ ਨੇ ਦੱਸਿਆ ਜੀ ਬਾਹਰ ਤੇ ਧੁੱਪ ਬੜੀ ਹੈ, ਬੜੀ ਤਿੱਖੀ ਧੁੱਪ ਹੈ, ਇਸ ਵੇਲੇ ਕਿਵੇਂ ਜਾਵਾਂਗੇ। ਉਸ ਵੇਲੇ ਦੁਰਯੋਧਨ ਨੇ ਹੁਕਮ ਕੀਤਾ, ਮੇਰੇ ਜਿੰਨੇ ਸਿਪੇ ਸਲਾਰ ਨੇ, ਸੈਨਾਪਤੀ ਨੇ, ਸਾਰੇ ਆਪਣੇ ਹੱਥ ਵਿੱਚ ਛਤਰ ਫੜ ਕੇ ਤੇ ਲਾਈਨ ਲਾ ਕੇ ਖੜੇ ਹੋ ਜਾਓ, ਮੈਂ ਛਤਰਾਂ ਦੇ ਥੱਲੇ ਥੱਲੇ ਜਾਵਾਂਗਾ ਤੇ ਮਿਲ ਕੇ ਆ ਜਾਵਾਂਗਾ। ਵਿਦਵਾਨ ਕਹਿੰਦੇ ਨੇ ਜਿੱਥੋਂ ਦੁਰਯੋਧਨ ਚੱਲਿਆ ਤੇ ਜਿੱਥੇ ਜਾ ਕੇ ਉਹਨੇ ਭੀਸ਼ਮ ਪਿਤਾਮਾ ਜੀ ਨੂੰ ਮਿਲਣਾ ਹੈ, 48 ਕੋਹ ਦਾ ਸਫ਼ਰ ਬਣਦਾ ਹੈ। ਇੰਨਾ ਲੰਮਾ ਸਫ਼ਰ ਤੁਰਿਆ ਆਪਣੇ ਪੈਰਾਂ ਦੇ ਨਾਲ, ਪਰ ਇੰਨੇ ਸਫ਼ਰ ਦੇ ਵਿੱਚ ਵੱਡੇ ਵੱਡੇ ਸੈਨਾਪਤੀ ਅਤੇ ਫੌਜ ਦੇ ਸਿਪਾਹੀ ਜਿਹੜੇ ਸਨ, ਆਪਣੇ ਹੱਥਾਂ ਵਿੱਚ ਛਤਰ ਲੈ ਕੇ ਖਲੋਤੇ ਸਨ ਵੀ ਸਾਡੇ ਰਾਜੇ ਨੂੰ ਧੁੱਪ ਨਾ ਲੱਗੇ। ਐਡਾ ਵੱਡਾ ਰਾਜ, ਐਡੀ ਵੱਡੀ ਫੌਜ, 48 ਕੋਹ ਦਾ ਲੰਮਾ ਪੈਂਡਾ ਛਤਰਾਂ ਦੀ ਛਾਵਾਂ ਹੇਠ ਹੀ ਗਿਆ। ਕਹਿਣ ਲੱਗੇ 12 ਯੋਜਨ ਛਤਰ ਚਲੇ ਥਾ। ਐਡਾ ਵੱਡਾ ਰਾਜ ਸੀ ਦੁਰਯੋਧਨ ਦਾ, ਨਿੱਕਾ ਮੋਟਾ ਰਾਜਾ ਕੋਈ ਨਹੀਂ। ਤੇ ਵਿਦਵਾਨਾਂ ਨੇ ਦੂਸਰੀ ਸਾਖੀ ਵੀ ਲਿਖੀ ਹੈ। ਕਹਿਣ ਲੱਗੇ ਇਹਦਾ ਭਾਵ ਇਹ ਵੀ ਹੈ, ਜਦੋਂ ਕੌਰਵਾਂ ਤੇ ਪਾਂਡਵਾਂ ਦਾ ਜੰਗ ਹੋਣ ਲੱਗਾ, ਉਸ ਵੇਲੇ ਪਾਂਡਵਾਂ ਨੇ ਆਪਣੇ ਰਾਜਿਆਂ ਦੀ ਗਿਣਤੀ ਕੀਤੀ ਔਰ ਕੌਰਵਾਂ ਨੇ ਆਪਣੀ ਕੀਤੀ। ਤੇ ਕੌਰਵਾਂ ਦਾ ਵੱਡਾ ਰਾਜਾ ਦੁਰਯੋਧਨ ਹੈ। ਇਸ ਨੇ ਆਖਿਆ ਪਹਿਲਾਂ ਮੈਂ ਸਾਰੇ ਰਾਜਿਆਂ ਨੂੰ ਮਿਲਾਂਗਾ, ਮੈਂ ਵੇਖਾਂਗਾ ਮੇਰੇ ਨਾਲ ਕਿੰਨੇ ਰਾਜੇ ਨੇ, ਕਿੰਨੇ ਮੇਰਾ ਹੁਕਮ ਮੰਨਦੇ ਪਏ। ਤੇ ਕਹਿਣ ਲੱਗੇ ਜਦੋਂ ਵੇਖਣ ਵਾਸਤੇ ਤੁਰਿਆ ਨਾ, ਤੇ ਸਾਰੇ ਰਾਜਿਆਂ ਨੇ ਆਪਣੇ ਹੱਥਾਂ ਵਿੱਚ ਛਤਰ ਫੜ ਲਏ, ਜਿਹਦੇ ਅਸੀਂ ਅਧੀਨ ਰਾਜ ਕਰਦੇ ਹਾਂ, ਉਹ ਰਾਜਾ ਸਾਨੂੰ ਮਿਲਣ ਆਉਂਦਾ ਪਿਆ, ਉਹਨੂੰ ਧੁੱਪ ਨਾ ਲੱਗੇ। ਕਹਿਣ ਲੱਗੇ ਵੀ ਇੰਨੇ ਰਾਜੇ ਅਧੀਨ ਕੀਤੇ ਸਨ ਵੀ 48 ਕੋਹ ਤੱਕ ਰਾਜਿਆਂ ਦੇ ਹੱਥ ਵਿੱਚ ਹੀ ਛਤਰ ਫੜੇ ਹੋਏ ਸਨ। ਦੋਵਾਂ ਪਾਸੇ ਲਾਈਨ ਲਾ ਕੇ, ਸੱਜੇ ਤੇ ਖੱਬੇ ਦੋਨਾਂ ਪਾਸੇ ਲਾਈਨ ਲਾ ਕੇ ਰਾਜੇ ਖਲੋਤੇ, ਹੱਥ ਵਿੱਚ ਵੱਡੇ ਵੱਡੇ ਛਤਰ ਫੜ ਕੇ, ਜਿਹਦੇ ਨਾਲ ਅਸੀਂ ਮਿਲ ਕੇ ਜੰਗ ਕਰਨਾ ਹੈ, ਜਿਹਦੇ ਅਸੀਂ ਅਧੀਨ ਹਾਂ, ਉਹ ਰਾਜਾ ਸਾਨੂੰ ਵੇਖਣ ਆਉਂਦਾ ਪਿਆ, ਸਾਡੀ ਫੌਜ ਦੀ ਗਿਣਤੀ ਕਰਨ ਆ ਰਿਹਾ, ਸਾਨੂੰ ਜੰਗ ਦੀ ਯੋਜਨਾਬੰਦੀ ਸਮਝਾਉਣ ਵਾਸਤੇ ਆ ਰਿਹਾ, ਉਹਨੂੰ ਧੁੱਪ ਨਾ ਲੱਗੇ। ਇਹ ਗੱਲ ਵਿਚਾਰ ਕੇ ਰਾਜਿਆਂ ਨੇ ਹੱਥ ਵਿੱਚ ਛਤਰ ਫੜੇ। ਇੰਨੇ ਰਾਜੇ ਅਧੀਨ ਕਰੀ ਬੈਠਾ ਕਿ ਉਹ ਰਾਜੇ ਜਿਹੜੇ ਸਨ 48 ਕੋਹ ਦੇ ਲੰਮੇ ਪੈਂਡੇ ਵਿੱਚ ਛਤਰ ਫੜ ਕੇ ਖਲੋਤੇ। ਬਚਨ ਆ ਗਿਆ ਨਾ, ਕਾਹੇ ਰੇ ਨਰ ਗਰਭ ਕਰਤ ਹੋ। ਸ਼ਾਹੂਕਾਰਾ ਤੂੰ ਕਾਹਦਾ ਹੰਕਾਰ ਕਰਦਾ, ਤੇਰੇ ਤੋਂ ਪਹਿਲਾਂ ਦੁਰਯੋਧਨ ਹੋਇਆ, ਜਿਹਦਾ ਐਡਾ ਵੱਡਾ ਰਾਜ ਹੈ, ਜਿਹਦੇ ਅੱਗੇ ਇੰਨੇ ਰਾਜੇ ਛਤਰ ਫੜ ਕੇ ਖਲੋਤੇ ਰਹਿੰਦੇ, ਉਹਨੂੰ ਸਲਾਮੀ ਦਿੰਦੇ। ਇਹ ਦੁਰਯੋਧਨ ਇੰਨੇ ਰਾਜਿਆਂ ਨੂੰ ਆਪਣੇ ਅਧੀਨ ਵੇਖ ਕੇ ਬੜਾ ਹੀ ਖੁਸ਼ ਹੋਇਆ, ਇੰਨੇ ਰਾਜੇ ਮੇਰਾ ਹੁਕਮ ਮੰਨਦੇ, 48 ਕੋਹ ਦੇ ਲੰਮੇ ਪੈਂਡੇ ਵਿੱਚ ਰਾਜੇ ਖਲੋਤੇ ਹੋਏ। ਪਰ ਕਹਿਣ ਲੱਗੇ ਐਸੇ ਰਾਜੇ ਦੀ ਜਦੋਂ ਮੌਤ ਹੋਈ ਨਾ, ਤੇ ਦੇਹੀ ਗਿਰਜ ਨਾ ਖਾਈ। ਭਗਤ ਨਾਮਦੇਵ ਜੀ ਕਹਿਣ ਲੱਗੇ ਸ਼ਾਹੂਕਾਰਾ ਇੰਨੇ ਰਾਜੇ ਤੇ ਅਧੀਨ ਕਰ ਲੈ, ਪਰ ਅੰਤ ਵੇਲੇ ਉਹਦੇ ਸਰੀਰ ਨੂੰ ਖਾਧਾ ਨਹੀਂ ਕਿਸੇ, ਕਿਉਂਕਿ ਉਹਨੇ ਪਾਪ ਹੀ ਇਹੋ ਜਿਹਾ ਕੀਤਾ। ਉਹਦੇ ਪਾਪ ਦੀ ਸਜ਼ਾ ਮਿਲੀ ਕਿ ਐਡੇ ਵੱਡੇ ਰਾਜੇ ਦਾ ਸਰੀਰ ਕਾਵਾਂ ਕੁੱਤਿਆਂ ਦੇ ਵਾਂਗ ਰੁਲਦਾ ਰਿਹਾ, ਪਰ ਉਸ ਸਰੀਰ ਦਾ ਕਿਸੇ ਨੇ ਵੀ ਸੰਭਾਲ ਨਹੀਂ ਕੀਤੀ, ਮਰੇ ਸਰੀਰ ਦੀ ਵੀ ਸੰਭਾਲ ਨਹੀਂ ਕੀਤੀ, ਕਿਉਂਕਿ ਭਰਾ ਤੇ ਸਾਰੇ ਜੰਗ ਵਿੱਚ ਮਰ ਗਏ। ਔਰ ਪਾਪ ਇਹ ਕੀਤਾ ਕਿ ਭਰੀ ਹੋਈ ਬੰਦਿਆਂ ਦੀ ਸਭਾ ਦੇ ਵਿੱਚ ਇਕੱਲੇ ਬੰਦੇ ਹੀ ਨਹੀਂ, ਉੱਥੇ ਵੱਡੀ ਉਮਰ ਦੇ ਵੱਡੀ ਰਿਸ਼ਤੇਦਾਰੀ ਵਾਲੇ ਵੀ ਬੈਠੇ ਸਨ, ਜਿਹੜੇ ਕੋਈ ਦ੍ਰੋਪਦੀ ਦਾ ਸਹੁਰਾ ਲੱਗਦਾ, ਕੋਈ ਦ੍ਰੋਪਦੀ ਦਾ ਗੁਰੂ ਲੱਗਦਾ, ਦ੍ਰੋਪਦੀ ਦੇ ਪਤੀ ਬੈਠੇ, ਦਿਓਰ ਤੇ ਜੇਠ ਬੈਠੇ ਹੋਏ। ਐਡੀ ਵੱਡੀ ਭਰੀ ਹੋਈ ਸਭਾ ਵਿੱਚ ਦੁਰਯੋਧਨ ਨੇ ਆਖਿਆ ਦ੍ਰੋਪਦੀ ਦੇ ਕੱਪੜੇ ਉਤਾਰੇ ਜਾਣ। ਤੇ ਕਹਿਣ ਲੱਗੇ ਆਪਣੇ ਭਰਾ ਦੁਸ਼ਾਸਨ ਨੂੰ ਹੁਕਮ ਕੀਤਾ, ਦੁਸ਼ਾਸਨ ਮੇਰਾ ਹੁਕਮ ਮੰਨ, ਸਿਰ ਦੇ ਵਾਲਾਂ ਤੋਂ ਫੜ ਕੇ ਘਸੀਟ ਕੇ ਮਹਿਲਾਂ ਦੇ ਵਿੱਚੋਂ ਇੱਥੇ ਲੈ ਕੇ ਆ ਕਚਹਿਰੀ ਦੇ ਵਿੱਚ। ਦੁਸ਼ਾਸਨ ਨੇ ਇਸੇ ਤਰ੍ਹਾਂ ਹੀ ਕੀਤਾ। ਮਹਿਲ ਦੇ ਵਿੱਚ ਬੈਠੀ ਹੈ ਦ੍ਰੋਪਦੀ, ਸਿਰ ਦੇ ਵਾਲਾਂ ਤੋਂ ਫੜ ਕੇ ਖਿੱਚ ਕੇ ਧਰੂ ਕੇ ਸਭਾ ਦੇ ਵਿੱਚ ਲਿਆਂਦਾ। ਜਦੋਂ ਸਭਾ ਵਿੱਚ ਆ ਗਈ, ਉਸ ਵੇਲੇ ਦੁਰਯੋਧਨ ਨੇ ਫਿਰ ਹੁਕਮ ਦਿੱਤਾ, ਮੇਰਾ ਹੁਕਮ ਮੰਨ ਕੇ ਇਹਦੇ ਕੱਪੜੇ ਉਤਾਰੇ ਜਾਣ, ਇਹਨੂੰ ਲੱਜਤ ਕੀਤਾ ਜਾਏ, ਬੇਪਤ ਕੀਤਾ ਜਾਏ। ਸ਼ਾਸਨ ਨੇ ਉਸੇ ਤਰ੍ਹਾਂ ਫਿਰ ਹੁਕਮ ਮੰਨਿਆ, ਕੱਪੜੇ ਉਤਾਰਨ ਲੱਗ ਪਿਆ। ਇਹ ਤੇ ਪਰਮੇਸ਼ਰ ਦੀ ਕਿਰਪਾ ਹੋਈ ਵੀ ਉਹਦੀ ਇੱਜ਼ਤ ਨੂੰ ਫੁਨ ਦ੍ਰੋਪਦੀ ਲਾਜ ਰੱਖੀ, ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ। ਪ੍ਰਮਾਤਮਾ ਨੇ ਉਹਦੀ ਇੱਜ਼ਤ ਜਾਣ ਨਹੀਂ ਦਿੱਤੀ, ਉਹਨੂੰ ਢੱਕ ਕੇ ਰੱਖਿਆ,
ਪਰ ਕਹਿਣ ਲੱਗੇ ਰਾਜੇ ਨੇ ਤੇ ਹੁਕਮ ਦੇ ਦਿੱਤਾ ਨਾ ਵੀ ਇਹਨੂੰ ਨੰਗਾ ਕਰ ਦਿਓ। ਇਹ ਹੈ ਸਭ ਤੋਂ ਵੱਡਾ ਪਾਪ। ਕਹਿਣ ਲੱਗੇ ਇਸ ਪਾਪ ਦੀ ਸਜ਼ਾ ਇਹ ਮਿਲੀ ਕਿ ਜੰਗ ਮੈਦਾਨ ਦੇ ਵਿੱਚ ਸਰੀਰ ਤੇ ਮਰਿਆ ਪਿਆ ਹੋਇਆ, ਪਰ ਉਹਦੇ ਸਰੀਰ ਨੂੰ ਕਾਵਾਂ ਕੁੱਤਿਆਂ ਨੇ ਵੀ ਨਹੀਂ ਖਾਧਾ। ਮਹਾਭਾਰਤ ਨਾਮ ਦਾ ਗ੍ਰੰਥ ਪੜ੍ਹੀਏ ਨਾ, ਉਹਦੇ ਵਿੱਚ ਬਚਨ ਆਉਂਦਾ ਵੀ ਇੱਕ ਗਿੱਦੜ ਆ ਗਿਆ ਜੰਗਲ ਦੇ ਵਿੱਚੋਂ ਨਿਕਲ ਕੇ। ਗਿੱਦੜ ਆਇਆ ਤੇ ਉਹ ਖਾਣਾ ਚਾਹੁੰਦਾ ਦੁਰਯੋਧਨ ਦੇ ਸਰੀਰ ਨੂੰ, ਪਰ ਖਾਣ ਤੋਂ ਪਹਿਲਾਂ ਉਹਨੇ ਦੁਰਯੋਧਨ ਦੇ ਹੱਥ ਸੁੰਘੇ, ਪੈਰ ਸੁੰਘੇ, ਕੰਨ ਸੁੰਘੇ, ਮੂੰਹ ਸੁੰਘਿਆ, ਤਨ ਸੁੰਘਿਆ ਤੇ ਪਿੱਛੇ ਹਟ ਗਿਆ। ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛਿਆ ਵੀ ਇਹ ਪਿੱਛੇ ਕਿਉਂ ਹਟਿਆ, ਖਾਧਾ ਕਿਉਂ ਨਹੀਂ, ਇਹ ਸੁੰਘਦਾ ਕਿਉਂ ਪਿਆ? ਉਹਨਾਂ ਨੇ ਦੱਸਿਆ, ਕਹਿਣ ਲੱਗੇ ਉਹਨੇ ਸੁੰਘ ਕੇ ਇਹ ਜਾਣ ਲਿਆ ਇਸ ਬੰਦੇ ਨੇ ਹੱਥਾਂ ਨਾਲ ਕਦੇ ਸੇਵਾ ਨਹੀਂ ਕੀਤੀ, ਇਸ ਬੰਦੇ ਨੇ ਕਦੇ ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਨਹੀਂ ਗਿਆ, ਜਾਂ ਚੱਲ ਕੇ ਜਾ ਕੇ ਇਸ ਤੇ ਕੋਈ ਸੇਵਾ ਨਹੀਂ ਕੀਤੀ ਪੈਰਾਂ ਦੇ ਨਾਲ। ਇਹਨੇ ਕੰਨਾਂ ਦੇ ਨਾਲ ਕਦੇ ਰੱਬ ਦਾ ਨਾਂ ਨਹੀਂ ਸੁਣਿਆ, ਇਹਨੇ ਅੱਖਾਂ ਦੇ ਨਾਲ ਕਦੇ ਪ੍ਰਮਾਤਮਾ ਨੂੰ ਨਹੀਂ ਜਾਣਿਆ। ਬਚਨ ਆਉਂਦਾ ਨਾ, ਭਗਵਾਨ ਕ੍ਰਿਸ਼ਨ ਜੀ ਇੱਕ ਵਾਰੀ ਜਦੋਂ ਮਿਲਣ ਗਏ, ਪਹਿਲਾਂ ਸੁਨੇਹਾ ਭੇਜਿਆ ਵੀ ਅਸੀਂ ਤੈਨੂੰ ਮਿਲਣ ਆਉਂਦੇ ਪਏ, ਆਪਣੇ ਦਰਵਾਜ਼ੇ ਬੰਦ ਕਰਕੇ ਬੈਠ ਗਿਆ। ਕਹਿਣ ਲੱਗਾ ਮੈਂ ਤੇ ਰਾਜਾ ਤੇ ਉਹ ਤੇ ਗੁੱਜਰਾਂ ਦਾ ਲੜਕਾ। ਗੁੱਜਰ ਹੁੰਦੇ ਨਾ ਮੱਝਾਂ ਗਾਵਾਂ ਚਾਰਨ ਵਾਲੇ, ਵੀ ਭਗਵਾਨ ਕ੍ਰਿਸ਼ਨ ਤੇ ਉਹਨਾਂ ਦਾ ਬੱਚਾ ਗੁੱਜਰਾਂ ਦਾ, ਮੈਂ ਆ ਰਾਜਾ ਦਰਵਾਜ਼ੇ ਬੰਦ ਕਰਕੇ ਬੈਠਾ। ਕਹਿਣ ਲੱਗੇ ਗਿੱਦੜ ਨੇ ਇਹ ਜਾਣਿਆ ਵੀ ਇਹ ਬੰਦਾ ਬੜਾ ਨੀਚ ਹੈ, ਇਹਨੇ ਹੱਥਾਂ ਨਾਲ ਸੇਵਾ ਨਹੀਂ ਕੀਤੀ, ਪੈਰਾਂ ਨਾਲ ਸੰਗਤ 'ਚ ਨਹੀਂ ਗਿਆ, ਮੂੰਹ ਦੇ ਨਾਲ ਕਦੇ ਰੱਬ ਦਾ ਨਾਂ ਨਹੀਂ ਜਪਿਆ, ਕੰਨਾਂ ਨਾਲ ਕਦੇ ਨਹੀਂ ਸੁਣਿਆ, ਅੱਖਾਂ ਨਾਲ ਕਦੇ ਨਹੀਂ ਡਿੱਠਾ। ਐਸੇ ਅਦਮ ਬੰਦੇ ਦਾ ਮੈਂ ਸਰੀਰ ਖਾਵਾਂਗਾ ਤੇ ਮੈਂ ਵੀ ਪਾਪੀ ਹੋ ਜਾਵਾਂਗਾ। ਇਹ ਇੱਕ ਜਾਨਵਰ ਦੀ ਵਿਚਾਰ ਹੈ। ਸੁੰਘ ਕੇ ਪਿੱਛੇ ਹਟ ਗਿਆ। ਤੇ ਜਿਵੇਂ ਕੁੱਤੇ ਮਰੇ ਦਾ ਸਰੀਰ ਰੁਲਦਾ ਰਹਿੰਦਾ ਨਾ, ਗਲਦਾ ਰਹਿੰਦਾ, ਸੜਦਾ ਰਹਿੰਦਾ, ਐਸੇ ਤਰ੍ਹਾਂ ਕਹਿੰਦੇ ਏਡੇ ਵੱਡੇ ਰਾਜੇ ਦਾ ਅੰਤ ਵੇਲੇ ਸਰੀਰ ਜੰਗ ਮੈਦਾਨ ਦੇ ਵਿੱਚ ਰੁਲਦਾ ਰਿਹਾ, ਪਰ ਉਸਨੂੰ ਕਾਵਾਂ ਕੁੱਤਿਆਂ ਨੇ ਖਾਧਾ ਨਹੀਂ। ਆਪ ਦੀ ਐਸੀ ਸਜ਼ਾ ਹੈ। ਜਦੋਂ ਬੰਦੇ ਦੀ ਗੁੱਡੀ ਚੜੀ ਹੁੰਦੀ ਹੈ ਨਾ, ਉਦੋਂ ਬੰਦਾ ਆਂਦਾ ਕੋਈ ਪਰਵਾਹ ਨਹੀਂ, ਮੇਰਾ ਹੁਕਮ ਚੱਲਦਾ, ਮੈਂ ਜੋ ਕਰਾਂਗਾ ਕਵਾਂਗਾ ਹੋਵੇਗਾ। ਪਰ ਜਦੋਂ ਗੁੱਡੀ ਪਰਮਾਤਮਾ ਥੱਲੇ ਉਤਾਰਦਾ ਨਾ, ਤੇ ਫਿਰ ਸਰੀਰ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ ਛੱਡਦਾ। ਨਜ਼ਰ ਉਪੱਠੀ ਜੇ ਕਰੇ, ਪਰਮਾਤਮਾ ਦੀ ਨਜ਼ਰ ਕਿਤੇ ਪੁੱਠੀ ਨਾ ਹੋ ਜਾਵੇ, ਉਲਟੀ ਨਾ ਹੋ ਜਾਵੇ। ਦੁਰਯੋਧਨ ਵਰਗਿਆਂ ਦਾ ਰਾਜ 48 ਕੋਹ ਦੇ ਲੰਮੇ ਪੈਂਡੇ ਵਿੱਚ ਚੱਲਦਾ ਪਿਆ, ਏਡੇ ਏਡੇ ਰਾਜੇ ਛਤਰ ਫੜ ਕੇ ਖਲੋਤੇ, ਪਰ ਜਦੋਂ ਅੰਤ ਸਮਾਂ ਆਇਆ ਗੁਰਮੁਖੋ, ਉਸ ਰਾਜੇ ਦਾ ਅੰਤਮ ਸੰਸਕਾਰ ਕਰਨ ਵਾਸਤੇ ਕੋਈ ਨਹੀਂ ਬਚਿਆ, ਇਹ ਦੇਹ ਸਰੀਰ ਰੁਲਦਾ ਰਿਹਾ। ਦੂਜਾ ਅਰਥ ਵਿਦਵਾਨਾਂ ਨੇ ਇਹ ਵੀ ਲਿਖਿਆ ਗ੍ਰੰਥਾਂ ਦੇ ਵਿੱਚ ਵੀ ਦੇਹੀ ਗਿਰਜ ਨਾ ਖਾਈ ਦਾ ਭਾਵ ਕੀ ਹੈ। ਕਹਿਣ ਲੱਗੇ ਇਹ ਪਹਿਲਾਂ ਪਤਾ ਲੱਗ ਗਿਆ ਦੁਰਯੋਧਨ ਨੂੰ ਵੀ ਮੇਰਾ ਜੰਗ ਜਿਹੜਾ ਨਾ ਭੀਮਸੈਨ ਦੇ ਨਾਲ ਹੋਣਾ, ਗਦਾ ਦੇ ਨਾਲ, ਕਿਉਂਕਿ ਭੀਮਸੈਨ ਗਦਾ ਦੇ ਵਿੱਚ ਬੜਾ ਵੱਡਾ ਸੂਰਮਾ ਮੰਨਿਆ ਜਾਂਦਾ ਸੀ, ਔਰ ਦੁਰਯੋਧਨ ਵੀ ਬੜਾ ਵੱਡਾ ਸੂਰਮਾ ਮੰਨਿਆ ਜਾਂਦਾ। ਦੁਰਯੋਧਨ ਨੂੰ ਪਤਾ ਲੱਗ ਗਿਆ ਵੀ ਮੇਰਾ ਜੰਗ ਭੀਮਸੈਨ ਦੇ ਨਾਲ ਹੋਣਾ। ਆਪਣੇ ਦੁਸ਼ਮਣ ਤੋਂ ਬਚਾਅ ਕਰਨ ਵਾਸਤੇ ਯੁਧਿਸ਼ਟਰ ਜੀ ਦੇ ਕੋਲ ਚਲਾ ਗਿਆ। ਵੇਖੋ ਭੀਮਸੈਨ ਤੇ ਯੁਧਿਸ਼ਟਰ ਸਕੇ ਭਰਾ ਨੇ, ਪਾਂਡਵ ਭਰਾ ਨੇ ਸਕੇ। ਇੱਕ ਭਰਾ ਨਾਲ ਜੰਗ ਹੋਣਾ ਤੇ ਦੂਜੇ ਭਰਾ ਨੂੰ ਪੁੱਛਣ ਚਲਾ ਗਿਆ ਵੀ ਤੇਰੇ ਭਰਾ ਨਾਲ ਮੇਰਾ ਜੰਗ ਹੋਣਾ ਤੇ ਮੇਰਾ ਬਚਾਅ ਕਿਵੇਂ ਹੋਵੇ, ਤੂੰ ਮੈਨੂੰ ਦੱਸ। ਕਿਉਂਕਿ ਜਾਣਦੇ ਸਨ ਕਿ ਯੁਧਿਸ਼ਟਰ ਕਦੇ ਝੂਠ ਨਹੀਂ ਬੋਲਦਾ, ਧਰਮ ਪੁੱਤਰ ਹੈ, ਸੱਚ ਹੀ ਬੋਲੇਗਾ। ਜਦੋਂ ਜਾ ਕੇ ਸਲਾਹ ਮੰਗੀ ਨਾ, ਤੇ ਉਸ ਨੇਕ ਵਿਅਕਤੀ ਨੇ ਸੱਚੀ ਸਲਾਹ ਦਿੱਤੀ। ਇਹ ਨਹੀਂ ਸਲਾਹ ਮਾੜੀ ਦਿੱਤੀ ਵੀ ਮੇਰੇ ਭਰਾ ਨਾਲ ਲੜਨਾ, ਮੈਂ ਮਾੜੀ ਸਲਾਹ ਦੇ ਕੇ ਮਰਵਾ ਦਿਆਂ, ਨਹੀਂ, ਸੱਚੀ ਸਲਾਹ ਦਿੱਤੀ। ਕਹਿਣ ਲੱਗਾ ਸਲਾਹ ਇਹ ਹੈ ਕਿ ਤੇਰੀ ਮਾਤਾ ਜਿਹੜੀ ਹੈ ਨਾ, ਉਹਨੇ ਆਪਣੀਆਂ ਅੱਖਾਂ 'ਤੇ ਪੱਟੀ ਬੱਧੀ ਹੋਈ ਹੈ। ਜੇ ਤੂੰ ਆਪਣੇ ਸਾਰੇ ਕੱਪੜੇ ਉਤਾਰ ਕੇ ਨੰਗਾ ਹੋ ਕੇ ਆਪਣੀ ਮਾਂ ਦੇ ਸਾਹਮਣੇ ਖੜ ਜਾਵੇਂ, ਤੇ ਤੇਰੀ ਮਾਂ ਅੱਖਾਂ ਤੋਂ ਪੱਟੀ ਖੋਲ੍ਹ ਕੇ ਤੇਰੇ ਵੱਲ ਵੇਖ ਲਵੇ, ਤੇ ਤੇਰਾ ਸਰੀਰ ਬੱਜਰ ਦਾ ਹੋ ਜਾਏਗਾ, ਪੱਥਰ ਦਾ ਹੋ ਜਾਏਗਾ, ਫਿਰ ਤੈਨੂੰ ਮਾਰ ਕੋਈ ਨਹੀਂ ਸਕੇ। ਸਲਾਹ ਸੱਚੀ ਹੈ, ਚੰਗੀ ਹੈ, ਵੀ ਤੇਰਾ ਇਸ ਤਰ੍ਹਾਂ ਬਚਾਅ ਹੋ ਸਕਦਾ। ਆ ਗਿਆ ਆਪਣੇ ਘਰ ਦੇ ਵਿੱਚ, ਆਪਣੀ ਮਾਂ ਨੂੰ ਆ ਕੇ ਕਹਿਣ ਲੱਗਾ, ਮਾਂ ਵੀ ਮੇਰਾ ਦੁਸ਼ਮਣ ਦੇ ਨਾਲ ਜੰਗ ਹੋਣਾ, ਮੈਂ ਦੁਸ਼ਮਣ ਨਾਲ ਜੰਗ ਕਰਕੇ ਮਰ ਵੀ ਸਕਦਾ ਹਾਂ, ਪਰ ਮੈਨੂੰ ਤੂੰ ਬਚਾ ਸਕਦੀ ਹੈ। ਤੇ ਮਾਂ ਨੇ ਪੁੱਛਿਆ ਵੀ ਦੱਸ ਕੀ ਕਰ ਸਕਦੀ ਹਾਂ। ਕਹਿਣ ਲੱਗਾ ਤੂੰ ਆਪਣੀਆਂ ਅੱਖਾਂ ਦੀ ਪੱਟੀ ਖੋਲ੍ਹ ਕੇ ਬਸ ਮੇਰੇ ਵੱਲ ਵੇਖਣਾ, ਮੈਂ ਨੰਗਾ ਹੋ ਕੇ ਤੇਰੇ ਲਾਗਿਓਂ ਦੀ ਲੰਘਾਂਗਾ, ਤੂੰ ਮੇਰੇ ਵੱਲ ਵੇਖ ਲਈ, ਮੇਰਾ ਸਰੀਰ ਪੱਥਰ ਦਾ ਹੋ ਜਾਏਗਾ।
ਮਾਂ ਨੇ ਪੁੱਤਰ ਮੋਹ ਦੇ ਵਿੱਚ ਆਖਿਆ, ਕੋਈ ਗੱਲ ਨਹੀਂ ਪੁੱਤਰ, ਤੂੰ ਮੇਰਾ ਪੁੱਤਰ ਹੀ ਹੈ, ਮੈਂ ਤੇਰੇ ਵੱਲ ਵੇਖ ਲਵਾਂਗੀ, ਤੂੰ ਜਿਸ ਤਰ੍ਹਾਂ ਚਾਹਣਾ ਉਸ ਤਰ੍ਹਾਂ ਹੋ ਜਾਏਗਾ। ਆਪਣੀਆਂ ਮਹਿਲਾਂ ਵਿੱਚ ਚਲੇ ਗਿਆ, ਜਾ ਕੇ ਸਾਰੀ ਤਿਆਰੀ ਕੀਤੀ ਹੈ, ਤਨ ਦੇ ਕੱਪੜੇ ਉਤਾਰੇ। ਜਦੋਂ ਕੱਪੜੇ ਉਤਾਰ ਕੇ ਮਹਿਲ ਵਿੱਚੋਂ ਬਾਹਰ ਨਿਕਲਿਆ ਨਾ ਆਪਣੇ ਮਾਂ ਦੇ ਘਰ ਵੱਲ ਜਾਣ ਵਾਸਤੇ, ਤੇ ਭਗਵਾਨ ਕ੍ਰਿਸ਼ਨ ਜੀ ਰਸਤੇ ਵਿੱਚ ਮਿਲ ਗਏ। ਵੇਖ ਕੇ ਹੱਸਣ ਲੱਗ ਪਿਆ, ਕਹਿਣ ਲੱਗੇ, ਉਹ ਦੁਰਯੋਧਨ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਐਡਾ ਵੱਡਾ ਰਾਜਾ ਹੋ ਕੇ ਬਿਨਾਂ ਕੱਪੜਿਆਂ ਤੋਂ ਨੰਗਾ ਹੋ ਕੇ ਮਾਂ ਦੇ ਸਾਹਮਣੇ ਜਾਏਗਾ, ਸ਼ਰਮ ਨਾ ਆਏਗੀ? ਉਸ ਵੇਲੇ ਨਾਲ ਬਚਨ ਸਮਝਾਇਆ, ਕਹਿਣ ਲੱਗੇ, ਬੱਚਾ ਜਦੋਂ ਛੋਟਾ ਹੁੰਦਾ ਨਾ, ਸਾਲ 2 ਸਾਲ 3 4 ਸਾਲ ਦਾ, ਉਦੋਂ ਬੱਚਾ ਅਣਜਾਣ ਹੁੰਦਾ, ਉਦੋਂ ਮਾਂ ਹੀ ਉਸ ਨੂੰ ਸਾਂਭਦੀ ਹੈ, ਪਾਲਦੀ ਹੈ, ਕੱਪੜੇ ਪਵਾਉਂਦੀ ਹੈ। ਪਰ ਤੂੰ ਤੇ ਜਵਾਨ ਹੈ, ਵੱਡੀ ਉਮਰ ਦਾ। ਸ਼ਾਸਤਰਾਂ ਦੇ ਵਿੱਚ ਇਸ ਗੱਲ ਦਾ ਬੜਾ ਵੱਡਾ ਪਾਪ ਲਿਖਿਆ, ਪਾਪ ਨਾ ਕਰ। ਉਸ ਵੇਲੇ ਫੁੱਲ ਲੈ ਕੇ ਨਾ, ਤੇ ਫੁੱਲਾਂ ਨੂੰ ਪਰੋ ਕੇ ਤੇ ਆਪਣੇ ਲੱਕ ਦੇ ਨਾਲ ਬੰਨ੍ਹ ਲਿਆ, ਬਾਕੀ ਸਾਰਾ ਸਰੀਰ ਨੰਗਾ ਹੀ ਰੱਖਿਆ, ਲੱਕ ਆਪਣੇ ਨੂੰ ਢੱਕ ਲਿਆ, ਕਮਰ ਨੂੰ ਢੱਕ ਲਿਆ। ਮਾਂ ਦੇ ਸਾਹਮਣੇ ਗਿਆ, ਮਾਂ ਨੇ ਪੱਟੀ ਖੋਲੀ ਤੇ ਐਸੀ ਦ੍ਰਿਸ਼ਟੀ ਪਈ, ਸਾਰਾ ਸਰੀਰ ਪੱਥਰ ਦਾ ਹੋ ਗਿਆ, ਐਸਾ ਮਜ਼ਬੂਤ ਹੋ ਗਿਆ, ਐਸਾ ਤਾਕਤ ਵਾਲਾ ਹੋ ਗਿਆ। ਪਰ ਜਿਹੜੇ ਲੱਕ ਦੇ ਨਾਲ ਫੁੱਲ ਬੱਧੇ ਹੋਏ, ਉਹਨਾਂ ਕੋਈ ਸਰੀਰ ਮਾਸ ਦਾ ਹੀ ਰਹਿ ਗਿਆ। ਮਾਂ ਨੇ ਇਹ ਗੱਲ ਕਹੀ, ਕਹਿਣ ਲੱਗੀ, ਪੁੱਤਰਾ ਤੂੰ ਠੱਗਿਆ ਗਿਆ, ਤੈਨੂੰ ਛਲ ਲਿਆ ਕਿਸੇ ਨੇ। ਜੇ ਚੱਲ ਹੀ ਪਿਆ ਸੀ ਘਰੋਂ ਤੇ ਫਿਰ ਸਿੱਧਾ ਆ ਜਾਂਦਾ, ਇਹ ਰਸਤੇ ਵਿੱਚ ਤੈਨੂੰ ਛਲ ਕੇ ਕਿਸੇ ਨੇ ਗੱਲਾਂ ਵਿੱਚ ਲਾ ਕੇ ਤੇਰੇ ਲੱਕ ਦੇ ਨਾਲ ਫੁੱਲ ਬਣਾਏ, ਇੱਥੋਂ ਤੂੰ ਛਲਿਆ ਗਿਆ, ਕਮਜ਼ੋਰ ਰਹਿ ਗਿਆ। ਤੇ ਗੁਰਮੁਖੋ, ਜਦੋਂ ਫਿਰ ਜੰਗ ਹੋਇਆ ਨਾ ਭੀਮਸੈਨ ਦਾ ਤੇ ਦੁਰਯੋਧਨ ਦਾ, ਤੇ ਭੀਮਸੈਨ ਨੇ ਉੱਥੋਂ ਲੱਕ ਤੋਂ ਫੜ ਕੇ ਇਹਦੇ 2 ਟੋਟੇ ਕੀਤੇ ਸਨ, ਤਾਂ ਇਹਨੂੰ ਮਾਰਿਆ ਸੀ, ਲੱਤ ਤੋਂ ਲੱਤ ਖਿੱਚ ਕੇ ਤੇ ਪਾੜ ਦਿੱਤਾ ਸੀ ਇਹਨੂੰ, ਤਾਂ ਮਰਿਆ ਸੀ। ਵਿਦਵਾਨ ਕਹਿੰਦੇ ਨੇ, ਦੇਹੀ ਗਿਰਜ ਨਾ ਖਾਈ, ਨਾ ਖਾਈ ਤੋਂ ਭਾਵ ਇਹ ਹੈ ਵੀ ਸਾਰਾ ਸਰੀਰ ਪੱਥਰ ਦਾ ਹੋ ਗਿਆ ਸੀ। ਪੱਥਰ ਨੂੰ ਕਦੇ ਜਾਨਵਰ ਨਹੀਂ ਖਾਂਦਾ, ਕਦੇ ਪੰਛੀ ਨਹੀਂ ਖਾਂਦਾ, ਤਾਂ ਇਹਦੇ ਸਰੀਰ ਨੂੰ ਕਿਸੇ ਨੇ ਖਾਧਾ ਨਹੀਂ। ਇਹ 2 ਵੱਖਰੀਆਂ ਵੱਖਰੀਆਂ ਘਟਨਾਵਾਂ ਜਿਹੜੀਆਂ ਨੇ ਗ੍ਰੰਥਾਂ ਵਿੱਚ ਲਿਖੀਆਂ, ਇੱਕ ਤੇ ਸਰੀਰ ਪੱਥਰ ਬੱਜਰ ਦਾ ਬਣਿਆ ਤਾਂ ਇਹਦਾ ਰੁਲਦਾ ਰਿਹਾ, ਦੂਜੀ ਸਾਖੀ ਇਹ ਹੈ ਵੀ ਇਹਨੇ ਪਾਪ ਹੀ ਇੰਨੇ ਕੀਤੇ ਸਨ ਵੀ ਜਾਨਵਰ ਵੀ ਖਾਣ ਵਾਸਤੇ ਨੇੜੇ ਕੋਈ ਨਹੀਂ ਆਇਆ, ਵੀ ਐਸੇ ਪਾਪੀ ਦਾ ਤਨ ਕਿਉਂ ਖਾਣਾ ਹੈ। ਇਹ ਬਚਨ ਉਸ ਵੇਲੇ ਨਾਮਦੇਵ ਜੀਆਂ ਨੇ ਸ਼ਾਹੂਕਾਰ ਨੂੰ ਸਮਝਾਏ, ਇੰਨਾ ਮਾਨ ਨਹੀਂ ਕਰੀਦਾ, ਕੋਈ ਮਰਾਤਬਾ ਮਿਲ ਜਾਵੇ, ਕੋਈ ਕੁਰਸੀ ਮਿਲ ਜਾਵੇ, ਐਸੇ ਬਚਨਾਂ ਨੂੰ ਉਸ ਵੇਲੇ ਨਹੀਂ ਕਹੀਦਾ, ਸਮੇਂ ਦਾ ਕੋਈ ਪਤਾ ਨਹੀਂ। ਫਿਰ ਬਖਸ਼ਿਸ਼ ਕਰਦੇ ਹਨ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ। ਭਗਤ ਜੀ ਕਹਿਣ ਲੱਗੇ, ਤ੍ਰੇਤੇ ਯੁੱਗ ਦੇ ਵਿੱਚ ਇੱਕ ਰਾਵਣ ਨਾਮ ਦਾ ਰਾਜਾ ਹੋਇਆ। ਸਰਬ ਸੋਇਨ ਕੀ ਲੰਕਾ ਹੋਤੀ, ਆਪਣੇ ਦੇ ਕੋਲ ਤੇ ਕੁਝ ਕਾਂਟੇ, ਕੁਝ ਮੁੰਦਰੀਆਂ, ਕੁਝ ਕੜੇ ਵਗੈਰਾ ਹੋਣਗੇ ਸੋਨੇ ਦੇ, ਉਹਨਾਂ ਦਾ ਵਜ਼ਨ ਕੁਝ ਤੋਲਿਆਂ ਵਿੱਚ ਹੋਵੇਗਾ। ਪਰ ਰਾਵਣ ਇੱਕ ਐਸਾ ਰਾਜਾ ਜਿਹਦਾ ਘਰ ਸੋਨੇ ਦਾ। ਸਰਬ ਸੋਇਨ ਕੀ ਲੰਕਾ ਹੋਤੀ, ਉਹਦੀ ਲੰਕਾ, ਉਹਦਾ ਕਿਲਾ ਸਾਰਾ ਸੋਨੇ ਦਾ ਬਣਿਆ, ਇੰਨਾ ਸੋਨਾ ਸੀ, ਇੰਨਾ ਅਮੀਰ ਆਦਮੀ। ਰਾਵਣ ਸੇ ਅਧਿਕਾਈ, ਰਾਵਣ ਨਾਲੋਂ ਕਿਹੜਾ ਵੱਡਾ ਦੂਜਾ ਅਮੀਰ ਹੋ ਸਕਦਾ? ਨਹੀਂ ਕੋਈ ਅਮੀਰ ਹੋ ਸਕਦਾ, ਰਾਵਣ ਹੀ ਸਭ ਤੋਂ ਵੱਡਾ ਅਮੀਰ ਮੰਨਿਆ। ਐਸੀ ਵੱਡੀ ਧਨ ਦੌਲਤ ਦਾ ਉਹ ਮਾਲਕ ਹੈ। ਕਹਾ ਭਇਓ ਦਰਬਾਂਦੇ ਹਾਥੀ, ਕਿਨ ਮੈਂ ਪਈ ਪਰਾਈ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਰਾਵਣ ਦੇ ਜਿੰਨੇ ਕਿਲੇ ਦੇ ਦਰਵਾਜ਼ੇ ਨੇ ਨਾ, ਸਾਰਿਆਂ ਦਰਵਾਜ਼ਿਆਂ ਤੇ ਹਾਥੀ ਤੇ ਘੋੜੇ ਸ਼ਿੰਗਾਰ ਕੇ ਖੜੇ ਕੀਤੇ ਹੁੰਦੇ। ਫੌਜਦਾਰਾਂ ਨੂੰ ਇਹ ਨਹੀਂ ਪਤਾ ਵੀ ਰਾਵਣ ਨੇ ਕਿਹੜੇ ਦਰਵਾਜ਼ਿਓਂ ਬਾਹਰ ਨਿਕਲਣਾ। ਸੈਂਕੜੇ ਦਰਵਾਜ਼ੇ ਨੇ ਲੰਕਾ ਦੇ ਕਿਲੇ ਦੇ, ਕਿਹੜਾ ਦਰਵਾਜ਼ਾ ਖੁੱਲੇਗਾ, ਕਿਹੜੇ ਦਰਵਾਜ਼ੇ ਵਿੱਚੋਂ ਰਾਵਣ ਬਾਹਰ ਨਿਕਲੇਗਾ। ਬਾਹਰ ਨਿਕਲਦਿਆਂ ਉਹ ਕੀ ਕਹੇਗਾ ਵੀ ਮੈਂ ਹਾਥੀ ਤੇ ਸਵਾਰੀ ਕਰਨੀ ਕਿ ਘੋੜੇ ਤੇ ਕਰਨੀ, ਇਹ ਰਾਵਣ ਦਾ ਹੁਕਮ ਹੈ। ਭਾਵੇਂ ਰਾਵਣ ਬਾਹਰ ਨਿਕਲੇ ਤੇ ਭਾਵੇਂ ਨਾ ਨਿਕਲੇ, ਭਾਵੇਂ ਹਾਥੀ ਘੋੜੇ ਤੇ ਚੜ੍ਹੇ ਤੇ ਭਾਵੇਂ ਨਾ ਚੜ੍ਹੇ, ਪਰ ਉਹਦੇ ਜਿਹੜੇ ਹੁਕਮਦਾਰ ਸਨ ਮੰਨਣ ਵਾਲੇ, ਹਾਥੀ ਤੇ ਘੋੜੇ ਰੋਜ਼ ਸ਼ਿੰਗਾਰ ਕੇ ਦਰਵਾਜ਼ੇ ਤੇ ਖੜੇ ਕਰਦੇ ਸਨ। ਐਡਾ ਵੱਡਾ ਹੁਕਮ ਹੈ ਰਾਵਣ ਦਾ, ਉਹਨੇ ਸਵਾਰ ਹੋਣਾ। ਉਹ ਆਖ ਸਕਦਾ ਘੋੜੇ ਤੇ ਚੜਾਂਗਾ, ਤੇ ਸਿਪਾਹੀ ਇਹ ਨਹੀਂ ਕਹਿ ਸਕਦਾ ਵੀ ਘੋੜਾ ਤਿਆਰ ਨਹੀਂ ਹੈ। ਹਾਥੀ ਤੇ ਚੜਾਂਗਾ ਤੇ ਮੁਹਾਵਤ ਇਹ ਨਹੀਂ ਕਹਿ ਸਕਦਾ ਵੀ ਹਾਥੀ ਤਿਆਰ ਨਹੀਂ ਹੈ। ਜਾਂ ਜਿਹੜਾ ਪਹਿਰੇਦਾਰ ਉਹ ਇਹ ਨਹੀਂ ਕਹਿ ਸਕਦਾ ਵੀ ਆਹ ਦਰਵਾਜ਼ਾ ਨਹੀਂ ਖੁੱਲੇਗਾ, ਫਲਾਣਾ ਖੁੱਲੇਗਾ, ਉੱਥੇ ਹਾਥੀ ਖਲੋਤਾ, ਉੱਥੋਂ ਚੜ੍ਹ ਜਾ ਕੇ। ਨਹੀਂ,
ਜਿਹੜਾ ਮਰਜ਼ੀ ਦਰਵਾਜ਼ਾ ਖੁਲਵਾ ਸਕਦਾ, ਜਿਹੜੇ ਮਰਜ਼ੀ ਹਾਥੀ ਜਾਂ ਘੋੜੇ ਤੇ ਸਵਾਰ ਹੋ ਸਕਦਾ ਹੈ। ਰਾਵਣ ਵਾਸਤੇ ਇੰਨੀ ਤਿਆਰੀ ਹੈ। ਕਹਿਣ ਲੱਗੇ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਭਇਓ ਦਰ ਬੰਨ੍ਹਦੇ ਹਾਥੀ, ਜਿਹਦੇ ਦਰ ਤੇ ਹਾਥੀ ਬੱਧੇ ਰਹਿੰਦੇ। ਖਿਨ ਮੈਂ ਭਈ ਪਰਾਈ, ਜਦੋਂ ਜੰਗ ਹੋਇਆ ਲੰਕਾ ਸਾਰੀ ਦੀ ਸਾਰੀ ਭਪੀਖਣ ਨੂੰ ਮਿਲ ਗਈ। ਭਪੀਖਣ ਮਾਲਕ ਬਣ ਗਿਆ। ਰਾਵਣ ਕੋਲੋਂ ਲੰਕਾ ਵੀ ਜਾਂਦੀ ਰਹੀ, ਹਾਥੀ ਵੀ ਜਾਂਦੇ ਰਹੇ, ਸਭ ਕੁਝ ਹੀ ਜਾਂਦਾ ਰਿਹਾ, ਕੱਖ ਨਹੀਂ ਰਹਿ ਗਿਆ। ਇਹ ਹੈ ਪ੍ਰਮਾਤਮਾ ਦੀ ਨਜ਼ਰ, ਮਿਹਰ। ਇੱਕ ਸਮਾਂ ਉਹ ਹੈ ਜਦੋਂ ਸਭ ਕੁਝ ਕੋਲ ਹੈ, ਸੋਨੇ ਦੀ ਲੰਕਾ, ਹਾਥੀ ਘੋੜੇ ਤੇ ਸਿਪਾਹੀ। ਇੱਕ ਸਮਾਂ ਉਹ ਹੈ ਨਾ ਲੰਕਾ ਰਹੀ, ਨਾ ਹਾਥੀ ਘੋੜੇ ਰਹੇ, ਕੁਝ ਨਹੀਂ ਰਹਿ ਗਿਆ, ਰਾਜ ਭਾਗ ਵੀ ਗਿਆ ਤੇ ਮੌਤ ਨੂੰ ਪ੍ਰਾਪਤ ਹੋ ਗਿਆ। ਪਰਮਾਤਮਾ ਚਾਹੇ ਤੇ ਉਹ ਕੀ ਨਹੀਂ ਕਰ ਸਕਦਾ। ਭਗਤ ਨਾਮਦੇਵ ਜੀ ਸਮਝਾਉਂਦੇ ਪਏ, ਕਹਿਣ ਲੱਗੇ ਤੇਰੇ ਤੋਂ ਪਹਿਲਾਂ ਵੀ ਐਸੇ ਹੋਏ, ਉਹਨਾਂ ਨਾਲ ਆਹ ਹਾਲ ਹੋਇਆ। ਇਹ ਗੱਲ ਸੁਣ ਕੇ ਨਾ ਸ਼ਾਹੂਕਾਰ ਹੱਸਣ ਲੱਗ ਪਿਆ, ਮਖੌਲ ਕਰਨ ਲੱਗ ਪਿਆ ਨਾਮਦੇਵ ਨੂੰ। ਲੈ ਇਹ ਕਿਹੜੀਆਂ ਗੱਲਾਂ, ਇਹ ਤੇ ਪੁਰਾਣੀਆਂ ਗੱਲਾਂ, ਫਿਰ ਕੀ ਹੋਇਆ? ਜਦੋਂ 2-4 ਮਖੌਲ ਕੀਤੇ ਨਾ ਤੇ ਫਿਰ ਭਗਤ ਨਾਮਦੇਵ ਜੀ ਅੱਗੇ ਹੋਰ ਬਖਸ਼ਿਸ਼ ਕਰਦੇ ਹਨ। ਦੁਰਵਾਸਾ ਸਿਓ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਭਗਤ ਨਾਮਦੇਵ ਜੀ ਕਹਿਣ ਲੱਗੇ ਜਿਵੇਂ ਦੇ ਤੂੰ ਮੈਨੂੰ ਮਖੌਲ ਕਰਦਾ ਪਿਆ, ਇਵੇਂ ਦੇ ਮਖੌਲ ਇੱਕ ਦੁਰਵਾਸ਼ਾ ਨਾਮ ਦਾ ਰਿਖੀ ਹੋਇਆ। ਭਗਤ ਆਪਾਂ ਕਹਿ ਸਕਦੇ, ਬੰਦਗੀ ਕਰਨ ਵਾਲਾ, ਜਪੀ ਤਪੀ ਰਿਖੀ। ਔਰ ਦੇਵਨੇਤ ਅਨੁਸਾਰ ਇਹ ਭਗਵਾਨ ਕ੍ਰਿਸ਼ਨ ਦਾ ਗੁਰੂ ਵੀ ਹੈ। ਨਾਮ ਹੈ ਦੁਰਵਾਸ਼ਾ ਰਿਖੀ। ਜਿਹੜੀ ਮੂੰਹੋਂ ਗੱਲ ਕਹਿੰਦਾ ਹੈ ਉਹ ਪੂਰੀ ਹੋ ਜਾਂਦੀ। ਇੱਕ ਵੇਲੇ ਨਾ ਦੁਰਵਾਸ਼ਾ ਜੀ ਬੈਠੇ ਜਮਨਾ ਦੇ ਕੰਢੇ ਤਪ ਕਰਦੇ ਪਏ, ਸਿਮਰਨ ਵਿੱਚ ਜੁੜੇ ਹੋਏ, ਤੇ ਜਾਦਵਾਂ ਦੇ ਕੁਝ ਬੱਚੇ 12-12, 15-15 ਸਾਲ ਦੇ, ਉਹਨਾਂ ਨੂੰ ਮਸ਼ਕਰੀ ਸੁੱਝੀ ਆਪਸ ਵਿੱਚ ਵੀ ਆਪਾਂ ਸਾਧੂ ਨਾਲ ਮਖੌਲ ਕਰੀਏ। ਇੱਕ ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਲਏ, ਹੈ ਲੜਕਾ, ਕੱਪੜੇ ਬੀਬੀਆਂ ਵਾਲੇ ਪਵਾ ਲਏ, ਤੇ ਢਿੱਡ ਦੇ ਉੱਪਰ ਇੱਕ ਮੋਟਾ ਸਾਰਾ ਇੱਕ ਬਾਟੀ, ਇੱਕ ਬਾਟਾ, ਇੱਕ ਭਾਂਡਾ ਬੰਨ੍ਹ ਲਿਆ, ਤੇ ਕੱਪੜੇ ਪਵਾ ਕੇ ਤੇ ਰਿਖੀ ਕੋਲ ਲੈ ਗਿਆ। ਕਹਿਣ ਲੱਗੇ ਰਿਖੀ ਜੀ ਵੇਖਿਓ ਲੜਕਾ ਪੈਦਾ ਹੋਵੇਗਾ, ਲੜਕੀ ਪੈਦਾ ਹੋਵੇਗੀ। ਵੀ ਭਲਾ ਰਿਖੀ ਨੂੰ ਪਤਾ ਲੱਗਦਾ ਹੈ ਕਿ ਨਹੀਂ ਲੱਗਦਾ? ਵੀ ਇਹਨੂੰ ਪਤਾ ਲੱਗੇਗਾ ਵੀ ਇਹ ਕੁੜੀ ਹੈ ਕਿ ਮੁੰਡਾ ਹੈ? ਇਹ ਆਪਣੇ ਕੋਲੋਂ ਹੀ ਕੁਝ ਨਾ ਕੁਝ ਕਵੇਗਾ। ਰਿਖੀ ਚੁੱਪ ਕੀਤਾ ਰਿਹਾ। ਦੂਜੀ ਤੀਜੀ ਵਾਰੀ ਫਿਰ ਪੁੱਛਿਆ, ਖਿਝਾਇਆ। ਕਹਿਣ ਲੱਗੇ ਲੈ ਤੂੰ ਕਾਹਦਾ ਰਿਖੀ ਹੈ? ਆਪਣੇ ਆਪ ਨੂੰ ਆਖਦਾ ਮੈਂ ਕ੍ਰਿਸ਼ਨ ਦਾ ਗੁਰੂ, ਤੈਨੂੰ ਤੇ ਇਹ ਹੀ ਨਹੀਂ ਪਤਾ ਵੀ ਇਹ ਪੈਦਾ ਕੀ ਹੋਣਾ, ਲੜਕੀ ਪੈਦਾ ਹੋਣੀ ਕਿ ਲੜਕਾ ਹੋਣਾ। ਹੁਣ ਬੱਚਿਆਂ ਦਾ ਹੱਠ ਹੁੰਦਾ ਨਾ, ਉਹਨੇ ਵਾਰ-ਵਾਰ ਰਿਖੀ ਨੇ ਆਖਿਆ ਵੀ ਜਾਓ, ਸਾਧੂਆਂ ਨੂੰ ਤੰਗ ਨਹੀਂ ਕਰੀਦਾ। ਪਰ ਬੱਚੇ ਦੀ ਜਿੱਦ ਹੁੰਦੀ ਹੈ, ਜਿੱਥੇ ਗਰਾਰੀ ਫਸ ਗਈ ਉੱਥੋਂ ਫਿਰ ਨਿਕਲਦੀ ਨਹੀਂ ਹੈ। ਵਾਰ-ਵਾਰ ਖਿਝਾਇਆ, ਉਹਦੇ ਮੂੰਹੋਂ ਗੱਲ ਨਿਕਲ ਹੀ ਗਈ। ਕਹਿਣ ਲੱਗੇ ਇਹਦੇ ਵਿੱਚ ਉਹ ਹੀ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੋਹਲੀ ਨਾਸ ਕਰ ਦੇਗਾ। ਜਦੋਂ ਇਹ ਬਚਨ ਸੁਣਿਆ ਤੇ ਰੋਂਦੇ ਰੋਂਦੇ ਭਗਵਾਨ ਜੀ ਦੇ ਕੋਲ ਆ ਗਿਆ। ਭਗਵਾਨ ਜੀ ਨੇ ਪੁੱਛਿਆ ਕੀ ਹੋਇਆ? ਕਹਿਣ ਲੱਗੇ ਵੀ ਅਸੀਂ ਆਹ ਕਰਤੂਤ ਕੀਤੀ ਹੈ। ਇੱਕ ਲੜਕੇ ਨੂੰ ਲੜਕੀਆਂ ਦੇ ਕੱਪੜੇ ਪਵਾਏ, ਉਹਦੇ ਢਿੱਡ ਤੇ ਬਾਟੀ ਬੰਨ੍ਹ ਕੇ, ਭਾਂਡਾ ਬੰਨ੍ਹ ਕੇ ਰਿਖੀ ਨੂੰ ਜਾ ਕੇ ਮਖੌਲ ਕੀਤਾ। ਰਿਖੀ ਨੇ ਸਾਨੂੰ ਸ਼ਰਾਪ ਦਿੱਤਾ। ਇਹ ਗੱਲ ਸੁਣ ਕੇ ਭਗਵਾਨ ਕ੍ਰਿਸ਼ਨ ਜੀ ਬੜੇ ਦੁਖੀ ਹੋਏ। ਕਹਿਣ ਲੱਗੇ ਰਿਖੀ ਦਾ ਤੇ ਬਚਨ ਵੀ ਪੂਰਾ ਹੁੰਦਾ, ਤੁਸੀਂ ਪਾਪ ਕੀਤਾ। ਇੱਦਾਂ ਕਰੋ, ਇਸ ਬਾਟੀ ਨੂੰ ਜਮਨਾ ਦੇ ਕੰਢੇ ਬੈਠ ਕੇ ਪੱਥਰ ਤੇ ਰਗੜ ਰਗੜ ਕੇ ਘਸਾ ਕੇ ਤੇ ਪਾਣੀ ਵਿੱਚ ਰੋੜ ਦਿਓ। ਇਸੇ ਤਰ੍ਹਾਂ ਹੀ ਕੀਤਾ। ਜਮਨਾ ਦੇ ਕੰਢੇ ਬੈਠ ਕੇ ਬਾਟੀ ਨੂੰ ਪੱਥਰ ਤੇ ਘਸਾ ਘਸਾ ਕੇ ਬਰੀਕ ਕਰ ਕਰਕੇ ਆਟੇ ਦੇ ਵਾਂਗ ਤੇ ਰੋੜ ਦਿੱਤੀ। ਘਸਾਉਂਦਿਆਂ ਘਸਾਉਂਦਿਆਂ ਨਿੱਕੀ ਜੀ ਬਚ ਗਈ, ਥੋੜ੍ਹੀ ਜਿਹੀ ਬਚ ਗਈ, ਉਹ ਹੱਥਾਂ ਨੂੰ ਚੁੱਭਣ ਲੱਗ ਪਈ, ਤਿੱਖੀ ਹੋ ਗਈ ਤੇ ਹੱਥ ਵਿੱਚ ਫੜੀ ਨਹੀਂ ਜਾਂਦੀ। ਮਨ ਵਿੱਚ ਸੋਚਿਆ ਵੀ ਨਿੱਕੀ ਜੀ ਚਿੱਪਰ ਸਾਡਾ ਕੀ ਵਿਗਾੜੇਗੀ, ਉਹ ਵੀ ਚੁੱਕ ਕੇ ਪਾਣੀ ਵਿੱਚ ਸੁੱਟੀ ਤੇ ਉਹ ਮੱਛੀ ਨੇ ਖਾ ਲਈ। ਪਰ ਜਿਹੜਾ ਬਚਨ ਹੈ ਨਾ, ਸਾਧੂ ਬੋਲੇ ਸਹਿਜ ਸੁਭਾਏ, ਸਾਧ ਕਾ ਕਹਿਆ ਬਿਰਥਾ ਨਾ ਜਾ। ਉਹ ਜਿਹੜੀ ਬਾਟੀ ਰੂੜੀ ਪਾਣੀ ਵਿੱਚ, ਕਹਿਣ ਲੱਗੇ ਵੀ ਉਹ ਨਦੀ ਦੇ ਕੰਢੇ ਦਿਬ ਬਣ ਗਈ। ਦਿਬ ਵੀ ਇਹੋ ਜਿਹੀ ਬਣ ਗਈ, ਬੜੀ ਸਖਤ ਤਲਵਾਰ ਵਰਗੀ। ਇੱਕ ਸਮਾਂ ਇਹੋ ਜਿਹਾ ਆਇਆ, ਇਹਨਾਂ ਜਾਦਵਾਂ ਨੇ ਉੱਥੇ ਜਮਨਾ ਦੇ ਕੰਢੇ ਬੈਠ ਕੇ ਸ਼ਰਾਬ ਪੀਤੀ। ਸ਼ਰਾਬ ਪੀਂਦਿਆਂ ਪੀਂਦਿਆਂ ਆਪਸ ਵਿੱਚ ਲੜ ਪਏ, ਗਾਲੀ ਗਲੋਚ, ਫਿਰ ਧੱਕਾ ਮੁੱਕੀ ਸ਼ੁਰੂ ਹੋਇਆ। ਗੱਲ ਇੰਨੀ ਵੱਧ ਗਈ ਵੀ ਉਹੀ ਡਿੱਬ ਪੱਟ ਪੱਟ ਕੇ ਜਿਹੜੀ ਤਲਵਾਰ ਵਰਗੀ ਸਖਤ ਤੇ ਤਿੱਖੀ ਹੈ, ਇੱਕ ਦੂਜੇ ਨੂੰ ਮਾਰ ਮਾਰ ਕੇ ਸਾਰੇ ਹੀ ਮਰ ਗਏ। ਬਚਨ ਸੀ ਨਾ ਵੀ ਇਹਦੇ ਵਿੱਚੋਂ ਪੈਦਾ ਉਹ ਹੋਵੇਗਾ ਜਿਹੜਾ ਤੁਹਾਡੀ ਕੋਹਲੀ ਨਾਸ ਕਰੇਗਾ, ਤੁਹਾਨੂੰ ਸਾਰਿਆਂ ਨੂੰ ਖਤਮ ਕਰੇਗਾ। ਸਾਰੇ ਖਤਮ ਹੋ ਗਏ।
ਉਹ ਜਿਹੜੀ ਨਿੱਕੀ ਜੀ ਚਿੱਪਰ ਪਾਣੀ ਵਿੱਚ ਸੁੱਟੀ ਹੈ, ਮੱਛੀ ਨੇ ਖਾਧੀ ਹੈ, ਮੱਛੀ ਨੂੰ ਸ਼ਿਕਾਰੀ ਨੇ ਫੜਿਆ। ਜਦੋਂ ਆਪਣੇ ਘਰ ਵਿੱਚ ਜਾ ਕੇ ਉਹਦਾ ਢਿੱਡ ਪਾੜਿਆ, ਮੱਛੀ ਦਾ ਵਿੱਚੋਂ ਬੜੀ ਲਿਸ਼ਕਦੀ ਹੋਈ ਪੱਤੀ ਇੱਕ ਬਾਹਰ ਨਿਕਲ ਆਈ। ਤੇ ਸ਼ਿਕਾਰੀ ਨੇ ਵੇਖ ਕੇ ਆਪਣੇ ਤੀਰ ਦੇ ਅੱਗੇ ਲਾ ਲਈ, ਵੀ ਚਲੋ ਇਹ ਬੜੀ ਚਮਕਦੀ ਪਈ ਹੈ, ਬੜੀ ਸੋਹਣੀ ਹੈ, ਮੈਂ ਤੀਰ ਦੇ ਅੱਗੇ ਲਾ ਲਵਾਂ। ਅਗਲਾ ਦਿਨ ਚੜ੍ਹਿਆ, ਸ਼ਿਕਾਰ ਖੇਡਣ ਵਾਸਤੇ ਤੁਰਿਆ, ਕੀ ਵੇਖਦਾ ਦੂਰ ਕੋਈ ਚੀਜ਼ ਚਮਕਦੀ ਪਈ ਹੈ। ਮਨ ਵਿੱਚ ਜਾਣਿਆ ਵੀ ਕੋਈ ਹਿਰਨ ਹੋਵੇਗਾ, ਉਹਦੀ ਅੱਖ ਚਮਕਦੀ ਪਈ ਹੈ। ਨਿਸ਼ਾਨਾ ਬੰਨ੍ਹ ਕੇ ਸ਼ਿਕਾਰੀ ਨੇ ਜਦੋਂ ਤੀਰ ਮਾਰਿਆ, ਉਹ ਹਿਰਨ ਨਹੀਂ, ਭਗਵਾਨ ਕ੍ਰਿਸ਼ਨ ਜੀ ਲੰਮੇ ਪਏ ਸਨ, ਆਪਣੇ ਗੋਡੇ 'ਤੇ ਲੱਤ ਰੱਖ ਕੇ, ਪੈਰ ਰੱਖ ਕੇ। ਉਹਨਾਂ ਦੇ ਸੱਜੇ ਪੈਰ ਦੇ ਵਿੱਚ ਪਦਮ ਹੈ, ਪਦਮ ਚਮਕਦਾ ਪਿਆ। ਸ਼ਿਕਾਰੀ ਨੇ ਸਮਝਿਆ ਵੀ ਹਿਰਨ ਦੀ ਅੱਖ ਹੈ, ਕਹਿਣ ਲੱਗੇ ਪੈਰਾਂ ਵਿੱਚ ਜਾ ਕੇ ਤੀਰ ਵੱਜਾ। ਤੇ ਸ਼ਿਕਾਰੀ ਮਗਰ ਮਗਰ ਦੌੜਿਆ ਗਿਆ ਤੇ ਜਾ ਕੇ ਵੇਖਦਾ ਵੀ ਇਹ ਮੇਰੇ ਤੋਂ ਪਾਪ ਹੋਇਆ। ਰੋਣ ਲੱਗ ਪਿਆ, ਕਹਿਣ ਲੱਗਾ ਜੀ ਮੈਨੂੰ ਪਤਾ ਹੁੰਦਾ ਵੀ ਤੁਸੀਂ ਉਹ ਤੇ ਮੈਂ ਕੰਮ ਨਾ ਕਰਦਾ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਹੀ ਲਿਖਿਆ ਸੀ, ਪਿਛਲੇ ਜਨਮ ਦੇ ਵਿੱਚ ਅਸੀਂ ਤੈਨੂੰ ਮਾਰਿਆ ਸੀ, ਉਹ ਤੈਨੂੰ ਅਸੀਂ ਬਚਨ ਕੀਤਾ ਸੀ ਵੀ ਅਗਲੇ ਜਨਮ ਵਿੱਚ ਤੂੰ ਸਾਨੂੰ ਮਾਰ ਕੇ ਆਪਣਾ ਲੇਖਾ ਬਰਾਬਰ ਕਰ ਲਈ। ਉਹਦੇ ਮੁਤਾਬਕ ਤੂੰ ਸਾਨੂੰ ਮਾਰਿਆ, ਆਪਣਾ ਹਿਸਾਬ ਬਰਾਬਰ ਹੋ ਗਿਆ। ਹੁਣ ਅਸੀਂ ਬੈਕੁੰਠ ਨੂੰ ਚੱਲੇ ਹਾਂ, ਨਾਲੇ ਰਿਖੀ ਦੇ ਬਚਨ ਪੂਰੇ ਹੋਣੇ ਸਨ ਵੀ ਕੁੱਲ ਨਾਸ ਹੋਣੀ ਹੈ, ਤੇ ਮੈਂ ਵੀ ਤੇ ਜਾਦਵਾਂ ਦੀ ਕੁੱਲ ਵਿੱਚੋਂ ਹੀ ਆ, ਮੈਨੂੰ ਵੀ ਤੇ ਸਰੀਰ ਛੱਡਣਾ ਹੀ ਪਏਗਾ ਨਾ, ਅਸੀਂ ਤਾਂ ਚੱਲੇ ਹਾਂ। ਜਦੋਂ ਸ਼ਾਹੂਕਾਰ ਨੇ ਮਖੌਲ ਕੀਤਾ ਨਾ ਨਾਮਦੇਵ ਨੂੰ, ਤੇ ਨਾਮਦੇਵ ਕਹਿਣ ਲੱਗੇ ਦੁਰਬਾਸ਼ਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ। ਜਾਦਵਾਂ ਦੀ ਕੁੱਲ ਹੋ ਗਈ, ਸਾਧੂ ਨੂੰ ਮਖੌਲ ਕਰਦਿਆਂ ਤੂੰ ਮੈਨੂੰ ਮਖੌਲ ਕਰਦਾ ਪਿਆ, ਵੇਖੀ ਕਿਤੇ ਤੇਰਾ ਵੀ ਹਾਲ ਉਹ ਦੁਰਬਾਸ਼ਾ ਵਰਗਾ ਤੇ ਉਹ ਜਾਦਵਾਂ ਵਰਗਾ ਨਾ ਹੋ ਜਾਵੇ। ਜਦੋਂ ਇਹ ਬਚਨ ਕਹਿ ਤੇ ਭੱਜ ਕੇ ਸ਼ਾਹੂਕਾਰ ਨੇ ਭਗਤ ਨਾਮਦੇਵ ਦੇ ਚਰਨ ਫੜ ਲੈ, ਕਹਿਣ ਲੱਗਾ ਗਲਤੀ ਹੋ ਗਈ, ਮਾਫ਼ ਕਰੋ, ਕੋਈ ਬਚਨ ਨਾ ਕਰਿਓ, ਕੋਈ ਸ਼ਰਾਪ ਨਾ ਦੇ ਦਿਓ। ਤੇ ਭਗਤ ਨਾਮਦੇਵ ਜੀ ਫਿਰ ਬਖਸ਼ਦੇ ਹਨ। ਕਿਰਪਾ ਕਰੀ ਜਨ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਏ। ਭਗਤ ਨਾਮਦੇਵ ਜੀ ਕਹਿਣ ਲੱਗੇ ਮੇਰੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ, ਮੈਂ ਤੇ ਉਹਦੇ ਗੁਣਾਂ ਨੂੰ ਗਾਉਂਦਾ ਹਾਂ, ਮੈਂ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ, ਕਿਸੇ ਨੂੰ ਬਦਦੁਆ ਨਹੀਂ ਦਿੰਦਾ। ਕਿਰਪਾ ਕਰੀ ਜਾਨੇ ਆਪਣੇ ਉੱਪਰ, ਆਪਣੇ ਜਨ ਦੇ ਉੱਪਰ ਪਰਮਾਤਮਾ ਕਿਰਪਾ ਕਰਦਾ, ਮੇਰੇ ਤੇ ਕਿਰਪਾ ਕੀਤੀ ਹੈ। ਨਾਮ ਦਿਓ ਹਰ ਗੁਣ ਗਾਏ, ਮੈਂ ਨਾਮਦੇਵ ਪਰਮਾਤਮਾ ਦੇ ਗੁਣ ਗਾਉਂਦਾ ਹਾਂ, ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿੰਦਾ, ਉਹਦੇ ਹੁਕਮ ਦੇ ਵਿੱਚ ਰਾਜੀ ਰਹਿੰਦਾ। ਮੈਂ ਕਦੇ ਮੈਂ ਨਹੀਂ ਕਰਦਾ, ਕਦੇ ਤੂੰ ਨਹੀਂ ਕਰਦਾ, ਕਦੇ ਮਾਨ ਵਿੱਚ ਨਹੀਂ ਆਉਂਦਾ, ਕਦੇ ਹੰਕਾਰ ਵਿੱਚ ਨਹੀਂ ਆਉਂਦਾ। ਮੇਰੇ ਤੇ ਕਿਰਪਾ ਇਹ ਹੋਈ ਹੈ, ਮੈਂ ਸੰਗਤ ਵਿੱਚ ਆ ਕੇ ਬੈਠਦਾ, ਮੈਂ ਨਾਮ ਜਪਦਾ ਤਾਂ ਕਿ ਮੇਰਾ ਤਨ ਸਫਲਾ ਹੋਵੇ, ਮੈਂ ਆਪਣੇ ਆਪ ਨੂੰ ਸਫਲਾ ਕਰ ਲਵਾਂ। ਇਹ ਮੇਰੇ ਤੇ ਕਿਰਪਾ ਹੋਈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਆਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 12 ਫਰਵਰੀ ਨੂੰ ਸੰਗਰਾਂਦ ਦੇ ਦਿਹਾੜੇ ਜਿਹੜੇ ਸ਼ੁਭ ਪ੍ਰਾਪਤ ਹੋ ਰਹੇ ਨੇ, ਸੋ ਸਵੇਰ ਵੇਲੇ ਸੁੰਦਰ ਦੀਵਾਨ ਸਜਣਗੇ, ਗੁਰੂ ਕੀ ਬਾਣੀ ਦੇ ਕੀਰਤਨ ਵੀ ਸਰਵਣ ਕਰਾਂਗੇ, ਕਥਾ ਵਿਚਾਰਾਂ 12ਵਾਂ ਮਹੀਨੇ ਦੀਆਂ ਸਰਵਣ ਕਰਾਂਗੇ। ਉਪਰੰਤ ਸਰਬੱਤ ਸੰਗਤ ਦੇ ਭਲੇ ਲਈ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਵੇਗੀ। ਇਸੇ ਤਰ੍ਹਾਂ ਸ਼ਾਮ ਦੇ ਦੀਵਾਨ ਵੀ ਸਜਣਗੇ, ਗੁਰੂ ਕੇ ਲੰਗਰ ਅਟੁੱਟ ਵਰਤਣਗੇ ਅਤੇ ਸ਼ਾਮ ਨੂੰ ਵੀ ਕਥਾ ਕੀਰਤਨ ਦੇ ਨਾਲ ਆਪ ਸੰਗਤਾਂ ਨੂੰ ਦੀਵਾਨਾਂ ਦੇ ਵਿੱਚ ਨਿਹਾਲ ਕੀਤਾ ਜਾਏਗਾ। ਸੋ ਇਸੇ ਤਰ੍ਹਾਂ ਜਿਹੜੇ ਸ਼ਾਮ ਦੇ ਸਮੇਂ ਨੇ ਉਹਨਾਂ ਦੇ ਵਿੱਚ ਵੀ ਸੰਗਰਾਂਦ ਤੋਂ ਅਗਲੇ ਦਿਨ ਤਬਦੀਲੀ ਕੀਤੀ ਜਾਏਗੀ। ਸੋ ਕਿੰਨਾ ਸਮਾਂ ਤਬਦੀਲ ਹੋਵੇਗਾ ਉਹ ਆਪ ਸੰਗਤਾਂ ਨੂੰ ਦੱਸ ਦਿੱਤਾ ਜਾਏਗਾ। ਇਹ ਬੇਨਤੀਆਂ ਆਪ ਸੰਗਤਾਂ ਨੇ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ